ਜਿਹੜੀ ਅੱਜ ਦੀ ਏਜੰਡਾ ਸੀ ਵੀ ਨਿਹੰਗ ਸਿੰਘ ਇੱਥੋਂ ਚਲੇ ਜਾਣ ਜਾਂ ਇੱਥੇ ਰੁਕਣ, ਇਹ ਅੱਜ ਦੀ ਕਾਨਫਰੰਸ ਦਾ ਵਿਸ਼ਾ ਹੈ। ਜਿਹੜਾ ਬੇਅਦਬੀਆਂ ਦਾ ਉਹ ਕੱਲ੍ਹ ਆਪ ਜੀ ਨੂੰ ਦੱਸਿਆ ਗਿਆ, ਉਹਦੇ ਬਾਰੇ ਵਿਚਾਰ ਕਰਦਾ ਹਾਂ ਦੁਬਾਰਾ ਫੇਰ ਰਿਪੀਟ। ਅਤੇ ਇੱਥੇ ਰੁਕਣ ਬਾਰੇ ਦੇਖੋ, ਪਹਿਲਾਂ ਵੀ ਅਸੀਂ ਦੱਸੇ ਵੀ ਜਿਹੜੇ ਸਾਰੇ ਲੀਡਰ ਨਹੀਂ ਸੰਯੁਕਤ ਮੋਰਚੇ ਦੇ 2-4 ਲੀਡਰ ਨੇ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਵੀ ਨਿਹੰਗ ਸਿੰਘ ਚਲੇ ਜਾਣ। ਨਾ ਤਾਂ ਅਸੀਂ ਕਿਸੇ ਲੀਡਰ ਦੇ ਕਹੇ 'ਤੇ ਆਏ ਹਾਂ ਅਤੇ ਨਾ ਹੀ ਅਸੀਂ ਕਿਸੇ ਲੀਡਰ ਦੇ ਬਿਆਨ ਦੇਣ 'ਤੇ ਵੀ ਚਲੇ ਜਾਣ ਨਾ ਜਾਣਾ। ਅਸੀਂ ਕਿਸਾਨਾਂ ਕਰਕੇ ਆਏ ਹਾਂ, ਅਸੀਂ ਮਜ਼ਦੂਰਾਂ ਕਰਕੇ ਆਏ ਹਾਂ। ਅਤੇ ਜਿਹੜੀ ਸੰਗਤ ਹੈ ਜਿਨ੍ਹਾਂ ਨੇ ਸਾਨੂੰ ਉਸ ਵੇਲੇ 26 ਨਵੰਬਰ ਨੂੰ ਇਹ ਜਿਹੜਾ ਮੋਰਚਾ ਸੀ ਉਰੇ ਲੱਗਿਆ ਸੀ, ਅਸੀਂ 28 ਨਵੰਬਰ ਨੂੰ ਇੱਥੇ ਪਹੁੰਚ ਗਏ ਸੀ। ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਨਰੈਣ ਸਿੰਘ ਅਤੇ ਦਾਸ, ਇੱਥੇ ਅਸੀਂ ਪਹੁੰਚ ਗਏ ਇਤਨੇ ਜਥੇਬੰਦੀ। ਉਸ ਤੋਂ ਬਾਅਦ 1-2 ਤਰੀਕ ਨੂੰ ਫਿਰ ਬੁੱਢਾ ਦਲ ਵੀ ਆ ਗਿਆ। ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ, ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਅਰਬਾਂ ਖਰਮਾਂ, ਸਿੰਘ ਸਾਹਿਬ ਬਾਬਾ ਆਪਣੇ ਗੁਰਸੇਵਕ ਸਿੰਘ ਜੀ, ਸਿੰਘ ਸਾਹਿਬ ਬਾਬਾ ਧੀਰਾ ਸਿੰਘ ਜੀ, ਸਿੰਘ ਸਾਹਿਬ ਬਾਬਾ ਮਾਨ ਸਿੰਘ ਮੜੀਆਂ ਵਾਲੇ, ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ। ਬਾਅਦ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ 1, 2, 3, 4 ਤਰੀਕ ਨੂੰ ਬਾਕੀ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚ ਗਈਆਂ ਸੀ। ਉਸ ਵੇਲੇ 26 ਜਨਵਰੀ ਨੂੰ ਜਦੋਂ ਇਹ ਮੋਰਚਾ ਲੱਗਿਆ, ਫਿਰ ਉਦੋਂ ਸੰਗਤਾਂ ਨੇ ਵੀ ਕਿਹਾ ਜੀ ਇੱਥੇ ਘੋੜਿਆਂ ਦੀਆਂ ਫੌਜਾਂ ਚਾਹੀਦੀਆਂ ਨੇ, ਆਈਆਂ ਅਤੇ ਇੱਥੇ ਪੂਰਾ ਡਟ ਕੇ ਦੇਖੋ। ਅਸੀਂ ਨਾ ਤਾਂ ਕਿਸਾਨ ਸੰਯੁਕਤ ਜਿਹੜਾ ਮੋਰਚਾ ਜਿਹੜੀ ਬਿੱਲ ਰੱਦ ਕਰਾਉਣੇ ਆ ਜਾਂ ਗੱਲਬਾਤ ਸਰਕਾਰ ਨਾਲ ਕਰਨੀ ਹੈ, ਉਹ ਕਿਸਾਨ ਮੋਰਚੇ ਦਾ ਹੱਕ ਹੈ, ਉਹ ਕਰ ਸਕਦਾ। ਅਸੀਂ ਉੱਥੇ ਜਾ ਕੇ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਾ ਕੀਤੀ ਆ, ਨਾ ਗੱਲਬਾਤ ਕਰਨੀ ਹੈ। ਕਿਸਾਨ ਆਗੂ ਸਰਕਾਰ ਦੇ ਨਾਲ ਮੀਟਿੰਗ ਕਰਨ, ਬਿੱਲ ਰੱਦ ਕਰਾਉਣ ਦੀ ਗੱਲ ਕਰਨ, ਬਿੱਲਾਂ ਦੇ ਵਿੱਚ ਸੋਧ ਗੱਲ ਕਰਨ ਦੀ ਗੱਲ ਕਰਨ, ਬਿੱਲਾਂ ਦੇ ਜਿਹੜੀ MSP ਜਿਹੜੀ ਲਾਗੂ ਕਰਨੀ ਹੈ ਉਹਦੀ ਗੱਲ ਕਰਨ। ਇਹ ਕਿਸਾਨ ਆਗੂਆਂ ਦਾ ਫਰਜ਼ ਹੈ, ਸਾਡਾ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ। ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ, ਗੁਰੂ ਕੀ ਲਾਡਲੀ ਫੌਜ ਹੈ, ਦਲ ਪੰਥ ਨੇ, ਸਾਡਾ ਕੰਮ ਹੈ ਇੱਥੇ ਜਿਹੜਾ ਕਿਸਾਨ ਮੋਰਚਾ ਉਹਦੀ ਰਖਵਾਲੀ ਕਰਨਾ। ਕਿਸਾਨਾਂ ਦੇ ਸਿਰ 'ਤੇ ਢਾਲ ਬਣ ਕੇ ਵਹਿ ਗਏ ਆ। ਤੁਹਾਨੂੰ ਸਾਰਾ ਹੀ ਪਤਾ ਵੀ 28-29 ਜਨਵਰੀ ਨੂੰ ਇੱਥੇ ਜਦੋਂ RSS ਦੇ ਗੁੰਡੇ ਚੜ੍ਹ ਕੇ ਫਿਰ ਨਿਹੰਗ ਸਿੰਘ ਫੌਜਾਂ ਨੇ ਪੂਰਾ ਉਹਦੇ ਨਾਲ ਡਟ ਕੇ ਮੁਕਾਬਲਾ ਕੀਤਾ। ਉਸ ਤੋਂ ਬਾਅਦ ਮੁੜ ਉਹਨਾਂ ਨੇ ਕਿਸਾਨਾਂ ਵੱਲ ਮੂੰਹ ਨਹੀਂ ਕੀਤਾ। ਨਿਹੰਗ ਸਿੰਘ ਆਜ਼ਾਦੀ ਡਟੇ ਹੋਏ ਨੇ। ਅਤੇ ਹੁਣ ਕੁਛ ਲੀਡਰਾਂ ਨੇ ਕਹਿਤਾ ਸੀਗਾ ਵੀ ਇੱਥੋਂ ਚਲੇ ਜਾਣ, ਉਹਦੀ ਬਦੌਲਤ ਫਿਰ ਅਸੀਂ ਨੇ 27 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ, ਕੱਲ੍ਹ ਸਾਰਿਆਂ ਦੇ ਸੁਝਾਅ ਮੰਗੇ ਸੀਗੇ। ਸਾਨੂੰ ਜਿਹੜੀਆਂ ਸੁਝਾਅ ਆ ਗਏ ਨੇ, ਜਿਸ ਤਰ੍ਹਾਂ ਪੂਰੇ ਹੁਣ ਕਿਸਾਨ ਜਿਹੜਾ ਮੋਰਚਾ ਉਹਦੇ ਵਿੱਚੋਂ ਵੀ ਸਾਡੇ ਨਾਲ ਹੈ ਨਾ ਆਗੂਆਂ ਨੇ ਮੀਟਿੰਗ ਕੀਤੀ ਆ। ਸਿੰਘ ਸਾਹਿਬ ਜਸਵੀਰ ਸਿੰਘ ਰੋਡੇ, ਜਥੇਦਾਰ ਸਵਰਨਜੀਤ ਸਿੰਘ, ਉਹਨਾਂ ਦੇ ਨਾਲ ਜਿਹੜੇ ਕਿਸਾਨ ਆਗੂ ਆਏ ਸੀ ਸੁਰਜੀਤ ਸਿੰਘ ਫੂਲ ਆ, ਉਹਨਾਂ ਦਾ ਫੂਲ, ਅਤੇ ਬਲਵੰਤ ਸਿੰਘ ਬਹਿਰਾਮ ਕੀ ਉਹਨਾਂ ਦਾ, ਉਹ ਇੱਕ ਹੋਰ ਸੀਗਾ ਲੀਡਰ, ਮੈਨੂੰ ਨਾਂ ਨਹੀਂ ਜਾਣਦਾ। ਅਤੇ 4 ਜਣੇ ਉਹ ਆਏ ਸੀ ਉੱਧਰੋਂ ਮੋਰਚੇ ਦੇ ਜਿਹੜੇ ਸੰਯੁਕਤ ਮੋਰਚੇ ਤਰਫੋਂ। ਅਤੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਹਾਜ਼ਰ ਸੀ, ਬਾਬਾ ਬਲਵਿੰਦਰ ਸਿੰਘ ਜੀ ਹਾਜ਼ਰ ਸੀ ਮੋਇਆਂ ਦੀ ਮੰਡੀ ਵੇਲੇ। ਉੱਥੇ ਫਿਰ ਸਾਡਾ ਜੋ ਹੈ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਵੀ ਕਹਿਤਾ ਵੀ ਸਾਨੂੰ ਤੁਹਾਡੇ ਤੱਕ ਕੋਈ ਪ੍ਰੋਬਲਮ ਨਹੀਂ, ਤੁਸੀਂ ਇੱਥੇ ਬੈਠੇ ਰਹੋ। ਜਿਹੜੀਆਂ ਕੋਈ ਇੱਕ ਦੂਜੇ ਪ੍ਰਤੀ ਹੈ ਨਾ ਗਿਲੇ ਸ਼ਿਕਵੇ ਨੂੰ ਆਪਾਂ ਬੈਠ ਕੇ ਕੱਢ ਲਾਂਗੇ। ਉਹਦੇ ਵਿੱਚ ਇਹ ਵੀ ਮਤਾ ਪਾਸ ਹੋਇਆ ਵੀ ਨਿਹੰਗ ਸਿੰਘਾਂ ਦੀ ਤਰਫੋਂ 3 ਨਿਹੰਗ ਸਿੰਘਾਂ ਦੀ ਤਰਫੋਂ ਜਿਹੜੇ ਨੁਮਾਇੰਦੇ ਲਏ ਜਾਣਗੇ, 3 ਜਿਹੜਾ ਸੰਯੁਕਤ ਮੋਰਚਾ ਜਾਂ 32 ਜਥੇਬੰਦੀਆਂ ਉਹਨਾਂ ਵਿੱਚੋਂ 3 ਨੁਮਾਇੰਦੇ ਉਹਨਾਂ ਵਿੱਚੋਂ ਲਏ ਜਾਣਗੇ। 6 ਮੈਂਬਰੀ ਕਮੇਟੀ ਬਣੂਗੀ। ਜਦੋਂ ਵੀ ਕੋਈ ਗੱਲਬਾਤ ਨਿਹੰਗ ਸਿੰਘਾਂ ਦੀ ਤਰਫੋਂ ਹੁੰਦੀ ਆ ਜਾਂ ਉਹਨਾਂ ਨੂੰ ਸ਼ਿਕਾਇਤ ਆਉਂਦੀ ਆ ਮੋਰਚੇ ਵਾਲਿਆਂ ਨੂੰ, ਉਹਦੇ ਵਿੱਚ ਬੈਠ ਕੇ ਫਿਰ ਆਪਸ ਵਿੱਚ ਡਿਸਕਸ ਹੋਊਗੀ ਵੀ ਆਹ ਪ੍ਰੋਬਲਮ ਆ, ਜਾਂ ਸਾਨੂੰ ਕੋਈ ਉਹਨਾਂ ਨੇ ਕੋਈ ਪ੍ਰੋਗਰਾਮ ਕਰਨਾ ਉਹ ਸਾਨੂੰ ਦੱਸਣਾ, ਆਪਦਾ ਸਲਾਹ ਮਸ਼ਵਰਾ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਵੀ ਸਾਡਾ ਜਿਹੜੀ ਤੁਸੀਂ ਮੀਟਿੰਗ ਕਰ ਰਹੇ ਹੋ ਉਹਦੇ ਏਜੰਡੇ ਦੇ ਵਿੱਚ ਸਾਡਾ ਸਲਾਹ ਮਸ਼ਵਰਾ ਇਹ ਇਸ ਤਰ੍ਹਾਂ ਕਰਕੇ ਸਾਡੀ ਸਲਾਹ ਉਹ ਸਾਰੀਆਂ ਗੱਲਾਂ ਬਾਤਾਂ ਜਾਣੀ ਹੋ ਗਈਆਂ। ਉਹਨਾਂ ਨੇ ਵੀ ਹਾਮੀ ਭਰ ਦਿੱਤੀ ਆ। ਕੁਛ ਲੀਡਰ ਹੁੰਦੇ ਨੇ, ਸਾਰੇ ਨਹੀਂ, ਜਿਹੜੇ ਇੱਕੋ ਦੁੱਕੀ ਲੱਲੀ ਸੱਲੀ ਇਹਨਾਂ ਨੂੰ ਕੁਛ ਨਹੀਂ ਸਮਝਦੇ। ਅਸੀਂ ਸਾਰੇ ਲੀਡਰਾਂ ਦਾ ਇਹ ਮਤਾ ਨਹੀਂ ਹੈ ਵੀ ਇੱਥੋਂ ਚਲੇ ਜਾਣ। ਉਹ ਸਾਡੇ ਨਾਲ ਸਾਰੇ ਲੀਡਰ ਜਿਹੜੇ ਸੰਯੁਕਤ ਮੋਰਚੇ ਦੇ ਸਹਿਮਤ ਨੇ, ਅਸੀਂ ਉਹਨਾਂ ਨਾਲ ਸਹਿਮਤ। ਸਾਡੀ ਲੀਡਰਾਂ ਦੇ ਨਾਲ ਸੰਯੁਕਤ ਮੋਰਚੇ ਨਾਲ ਲੜਾਈ ਨਹੀਂ, ਸਾਡੀ ਸੈਂਟਰ ਸਰਕਾਰ ਦੇ ਨਾਲ ਹੈ। ਪਰ ਸਮੇਂ-ਸਮੇਂ 'ਤੇ ਕੁਛ ਸ਼ਰਾਰਤੀ ਅਨਸਰ ਸਾਡੇ ਦੇ ਵਿੱਚ ਵੀ ਨੇ, ਅਸੀਂ ਵੀ ਕਹਿੰਦੇ ਵੀ ਸਾਡੇ ਵਿੱਚ ਵੀ ਵੜ ਜਾਂਦੇ ਨੇ, ਉਹਨਾਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਇਸ ਮੋਰਚੇ ਨੂੰ ਖਤਮ ਕਰਾਉਣਾ ਚਾਹੁੰਦੇ ਨੇ, ਤਾਰ ਪੀੜ ਕਰਾਉਣਾ ਚਾਹੁੰਦੇ ਨੇ। ਅਸੀਂ ਸਮਝ ਚੁੱਕੇ ਹਾਂ, ਸੰਯੁਕਤ ਮੋਰਚੇ ਦੇ ਆਗੂ ਵੀ ਇਸ ਗੱਲ ਨੂੰ ਸਮਝ ਗਏ ਆ। ਇਸ ਕਰਕੇ ਸਾਨੂੰ ਜੋ ਸਮਰਥਨ ਬਾਹਰੋਂ ਆਇਆ,
ਪਹਿਲਾਂ ਤਾਂ ਇੱਥੋਂ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ, ਤੇ ਦੂਸਰੇ ਨੰਬਰ ਤੇ ਸਾਨੂੰ ਜਿਹੜਾ ਸਮਰਥਨ ਆਇਆ ਪੰਥਕ ਜਥੇਬੰਦੀਆਂ ਵੱਲੋਂ, ਸਾਰਿਆਂ ਵੱਲੋਂ ਸਾਨੂੰ ਸਮਰਥਨ ਆਇਆ ਵਾ। ਤੇ ਤੀਸਰਾ ਨੰਬਰ ਤੇ ਜਿਹੜੀ ਪੂਰੀ ਭਾਰਤ ਦੀ ਹੈ ਨਾ ਜਨਤਾ ਸਾਰੀ, ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਵਾ। ਤੇ ਜਿਹੜੀਆਂ ਬਾਹਰਲੀਆਂ ਕੰਟਰੀਆਂ ਨੇ, ਮੈਂ ਤੁਹਾਨੂੰ ਸਾਰਾ ਦਿਖਾਉਣਾ ਚਾਹੁੰਦਾ ਵਾਂ। ਆ ਜਿਹੜਾ ਹੈ ਪੁਰਤਗਾਲ ਦੀ ਜਿਹੜੀ ਸੰਗਤ ਆ, ਉਹਨਾਂ ਨੇ ਮਤਾ ਭੇਜਿਆ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਵੀ ਇੱਥੇ ਨਿਹੰਗ ਸਿੰਘ ਫੌਜਾਂ ਡਟੀਆਂ ਰਹਿਣ। ਤੇ ਆ ਆਸਟ੍ਰੇਲੀਆ ਦੀ ਸੰਗਤ ਵੱਲੋਂ, ਤੇ ਇੱਕ ਅਮਰੀਕਾ ਦੀ ਸੰਗਤ ਵੱਲੋਂ ਆਇਆ, ਇੱਕ ਯੂਰਪ ਦੀ ਸੰਗਤ ਵੱਲੋਂ ਆਇਆ, ਆਸਟ੍ਰੇਲੀਆ ਦੀ ਸੰਗਤ ਵੱਲੋਂ ਆਇਆ, ਕੈਲੀਫੋਰਨੀਆ ਸੰਗਤ ਵੱਲੋਂ ਆਇਆ, ਇੰਗਲੈਂਡ ਦੀ ਸੰਗਤ ਵੱਲੋਂ। ਇਹ ਜਿਹੜੇ ਮਤੇ ਪਾ ਕੇ ਸਾਨੂੰ ਸਾਰੇ ਵਰਲਡ ਦੀਆਂ ਸੰਗਤਾਂ ਨੇ, ਜਿੱਥੇ ਜਿੱਥੇ ਗੁਰੂ ਨਾਨਕ ਲੇਵਾ ਸੰਗਤਾਂ ਵੱਸਦੀਆਂ ਨੇ, ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਸਾਰਿਆਂ ਨੇ ਸਾਨੂੰ ਮਤੇ ਪਾ ਕੇ ਭੇਜ ਦਿੱਤੇ। ਜਿੱਥੇ ਉੱਥੇ ਬਾਹਰੇ, ਕਿਉਂਕਿ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੇ ਉੱਥੇ ਕਿਸਾਨ ਭਰਾ ਬੈਠੇ ਨੇ, ਮਜ਼ਦੂਰ ਭਰਾ ਬੈਠੇ ਨੇ, ਉਹਨਾਂ ਨੂੰ ਇਸ ਮੋਰਚੇ ਦਾ ਸਭ ਤੋਂ ਵੱਧ ਫਿਕਰ ਆ ਵੀ ਇਹ ਮੋਰਚਾ ਜਿੱਤਿਆ ਜਾਵੇ। ਇਹ ਜਿਹੜਾ ਹੈ ਮੋਰਚਾ, ਜਿਹੜੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥ ਖੰਡੇ ਵਰਤ ਰਹੀ ਹੈ, ਜਿਹੜੀ ਸਿੰਘੂ ਬਾਰਡਰ 'ਤੇ ਉਹ ਬੇਅਦਬੀ ਵਾਲੀ ਘਟਨਾ ਘਟੀ, ਇਹਦੇ ਵਿੱਚ ਵੀ ਇੱਕ ਵੱਡੀ ਸਾਜ਼ਿਸ਼ ਹੈ। ਅਸੀਂ ਕਹਿੰਦੇ ਹਾਂ ਵੀ ਦੇਖੋ ਬੇਅਦਬੀ ਹੋਈ ਆ ਤਾਂ ਨਿਹੰਗ ਸਿੰਘਾਂ ਨੇ ਐਡਾ ਡਿਸੀਜਨ ਲਿਆ, ਉਹ ਦੁਸ਼ਟ ਨੂੰ ਸੋਧਿਆ, ਫਿਰ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਨਾ। ਜੇ ਆਗੂ ਕਹਿਣ ਵੀ ਇਹ ਮੋਰਚਾ ਖਰਾਬ ਕਰਕੇ, ਤਾਂ ਖਰਾਬ ਤਾਂ ਹੁੰਦਾ ਜੇ ਅਸੀਂ ਨਿਹੰਗ ਸਿੰਘ ਜਿਹੜੇ ਸੀਗੇ ਉਹਨੂੰ ਮਾਰ ਕੇ ਭੱਜ ਜਾਂਦੇ। ਜੇ ਉਹਨਾਂ ਦੀ ਨਜ਼ਰ ਦੇ ਵਿੱਚ, ਜਿਹੜਾ ਸਰਕਾਰ ਦੀ ਨਜ਼ਰ ਦੇ ਵਿੱਚ ਜੋ ਹੋਇਆ ਗਲਤ ਹੋਇਆ, ਅਸੀਂ ਗ੍ਰਿਫਤਾਰ ਨਹੀਂ ਦਿੱਤੀਆਂ, ਪਰ ਸਾਡੀ ਪੰਥ ਦੀ ਨਜ਼ਰ ਦੇ ਵਿੱਚ ਜੋ ਅਸੀਂ ਕੀਤਾ ਉਹ ਠੀਕ ਕੀਤਾ। ਇਸ ਕਰਕੇ ਅਸੀਂ ਪੂਰੇ ਜਾਬਤੇ ਦੇ ਵਿੱਚ ਰਹਿ ਕੇ ਮੋਰਚੇ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲਿਜਾਣਾ, ਨਾ ਕਿ ਅਸੀਂ ਇਹਨੂੰ ਤਾਰੋ ਪੀਟ ਕਰਨ ਦੀ ਸਾਜ਼ਿਸ਼ ਜਾਂ ਕੋਈ ਐਸਾ ਕੋਈ ਭਾਵਨਾ ਨਹੀਂ। ਅਸੀਂ ਮੋਰਚਾ ਜਿੱਤਣਾ, ਹਰ ਹਾਲਤ ਦੇ ਵਿੱਚ ਜਿੱਤਣਾ। ਸਾਨੂੰ ਪੂਰੇ ਪੰਜਾਬ ਦੀ ਹੀ ਨਹੀਂ, ਹਰਿਆਣੇ ਦੀਆਂ ਸੰਗਤਾਂ, ਯੂਪੀ ਦੀਆਂ, ਪੂਰੇ ਭਾਰਤ ਦੀਆਂ ਸੰਗਤਾਂ ਦਾ, ਪੂਰੇ ਵਰਲਡ ਦੀਆਂ ਸੰਗਤਾਂ ਦਾ ਆ ਸਾਡੇ ਲਿਖਤੀ ਰੂਪ ਦੇ ਵਿੱਚ ਜਿਹੜੇ ਸਾਡੇ ਹੱਕ ਦੇ ਵਿੱਚ ਉਹਨਾਂ ਨੇ ਮਤੇ ਪਾ ਕੇ ਲਿਖਤੀ ਰੂਪ ਦੇ ਵਿੱਚ ਭੇਜਿਆ। ਸਾਨੂੰ ਪੰਥਕ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ, ਸੰਤ ਸਮਾਜ ਵੱਲੋਂ, ਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ, ਸਾਰਿਆਂ ਵੱਲੋਂ, ਕਿਸੇ ਵੱਲੋਂ ਕੋਈ ਵੀ ਐਸੀ ਗੱਲ ਨਹੀਂ ਕੀਤੀ ਵੀ ਜਿਹਦੇ ਨਾਲ ਇਹ ਕਹਿਣ ਤੁਸੀਂ ਇੱਥੋਂ ਚਲੇ ਜਾਓ। ਕਿਉਂ ਉਹਨਾਂ ਨੂੰ ਪਤਾ ਵੀ ਜਿਹੜਾ ਇੱਕ ਨੰਬਰ 'ਤੇ ਕਿਸਾਨ ਮੋਰਚਾ, ਜਿਹੜਾ ਦੂਸਰੇ ਨੰਬਰ 'ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਇੱਥੇ ਢਾਲ ਬਣ ਕੇ ਵੱਡਾ ਜਿਨ੍ਹਾਂ ਦਾ ਯੋਗਦਾਨ ਹੈ। ਜੇ ਨਿਹੰਗ ਸਿੰਘ ਫੌਜਾਂ 28-29 ਤਰੀਕ ਨੂੰ ਨਾ ਮੂਹਰੇ ਖੜ੍ਹਦੀਆਂ RSS BJP ਦੇ, ਉਸ ਦਿਨ ਹੋ ਸਕਦਾ ਵੀ ਉਸ ਦਿਨ ਕੀ ਹੁੰਦਾ ਇਹ ਰੱਬ ਜਾਣਦਾ, ਵੀ ਉਹਨਾਂ ਸਰਕਾਰ ਦਾ ਕੀ ਪਲਾਨ ਸੀ ਦੂਸਰੀ ਸਟੇਟ ਦੇ ਉੱਤੇ। ਤੇ ਉਹਨਾਂ ਨੇ ਕਿਤੇ ਨਾ ਕਿਤੇ ਭੱਜੀਆਂ ਭੈਣ ਦੀ ਬੇਪੱਤੀ ਕਰਨੀ ਸੀ, ਕਿੰਨੇ ਕੁ ਕਿਸਾਨਾਂ ਮਜ਼ਦੂਰਾਂ ਨੂੰ ਮਾਰਨਾ ਸੀ, ਇਹ ਸਰਕਾਰ ਦਾ ਪਲਾਨ ਸੀ। ਪਰ ਉੱਥੇ ਖਾਲਸਾ ਪੰਥ ਨੇ ਤੇ ਨਿਹੰਗ ਸਿੰਘ ਫੌਜਾਂ ਨੇ ਜਾ ਕੇ ਠੱਲ ਪਾਈ। ਤੇ ਅਸੀਂ ਹੁਣ ਇੱਥੇ ਹੀ ਜਿਹੜੀਆਂ ਨਿਹੰਗ ਸਿੰਘ ਦਲ ਪੰਥ ਬੈਠੇ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ, ਉਹਨਾਂ ਵੱਲੋਂ ਜਥੇਦਾਰ ਲੱਸਾ ਸਿੰਘ ਜੀ ਆਏ ਹੋਏ ਨੇ। ਸ਼੍ਰੋਮਣੀ ਪੰਥ ਅਕਾਲੀ ਅਰਮਾ ਖਰਮਾ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਚੜਤ ਸਿੰਘ ਜੀ ਬੈਠੇ ਨੇ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਬਾਬਾ ਜੁਝਾਰ ਸਿੰਘ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਮੌਜੂਦ ਨੇ। ਅਤੇ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਨਰੈਣ ਸਿੰਘ ਜੀ, ਉਹਨਾਂ ਵੱਲੋਂ ਸਿੰਘ ਬੈਠੇ ਨੇ। ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਆਪਣੇ ਗੁਰਸੇਵਕ ਸਿੰਘ ਜੀ, ਸਿੰਘ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਧੀਰਾ ਸਿੰਘ ਜੀ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਮੜੀਆਂ ਵਾਲੇ, ਸਾਰੇ ਦਲ ਪੰਥ ਇੱਥੇ ਅਸੀਂ ਉਨਾ ਚਿਰ ਡਟੇ ਰਹਾਂਗੇ ਜਿੰਨਾ ਚਿਰ ਇਹ ਮੋਰਚਾ ਹੱਲ ਨਹੀਂ ਹੋ ਜਾਂਦਾ। ਫਤਿਹ ਕਰਕੇ ਮੋਰਚੇ ਨੂੰ ਜਿੱਤ ਕੇ ਫਿਰ ਅਸੀਂ ਫਿਰ ਘਰਾਂ ਨੂੰ ਜਾਵਾਂਗੇ। ਅਸੀਂ ਪੂਰੀ ਦ੍ਰਿੜਤਾ ਦੇ ਨਾਲ ਮੋਰਚੇ ਨਾਲ ਇੱਥੇ ਖੜ੍ਹੇ ਹਾਂ, ਕਿਸਾਨ ਵੀਰਾਂ ਦੀ ਢਾਲ ਬਣ ਕੇ। ਅਤੇ ਸੰਯੁਕਤ ਮੋਰਚੇ ਵਾਲਿਆਂ ਨੂੰ, ਵੀਰਾਂ ਨੂੰ ਵੀ ਇਹ ਬੇਨਤੀ ਹੈ ਕਿ ਇਸ ਮੋਰਚੇ ਨੂੰ ਕਿੱਦਾਂ ਜਿੱਤਣਾ, ਇੱਕ ਠੋਸ ਰਣਨੀਤੀ ਘੜਨੀ ਪੈਣੀ ਹੈ। ਕਿਉਂਕਿ ਲੋਕਾਂ ਦੇ ਵਿੱਚ ਬੇਵਿਸ਼ਵਾਸੀ ਭਰੋਸਗੀ ਜਿਹੜੀ ਉਹ ਖਤਮ ਹੋ ਰਹੀ ਆ। ਇੰਨਾ ਸਮਾਂ ਲੰਮਾ ਚੱਲਣਾ ਮੋਰਚੇ ਦਾ, ਇੰਨੀਆਂ ਘਟਨਾਵਾਂ ਹੋਣੀਆਂ, ਜਾਂ ਇਦੋਂ ਵੀ ਜੇ ਮੋਰਚਾ ਹੋਰ ਲੰਬਾ ਜਾਂਦਾ ਹੈ, ਹੋਰ ਵੀ ਇਦੋਂ ਕੋਈ ਵੱਡੀਆਂ ਸਾਜ਼ਿਸ਼ਾਂ ਇਸ ਮੋਰਚੇ ਨੂੰ ਖਤਮ ਕਰਾਉਣ ਵਾਸਤੇ ਗੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਅਸੀਂ ਸਾਰੇ ਇਕਮੁੱਠ ਹੋ ਕੇ ਇਹ ਮੋਰਚੇ ਨੂੰ ਜਿੱਤਣਾ, ਇਹੋ ਜਿਹਾ ਸਾਨੂੰ ਰਣਨੀਤੀ ਬਣਾਉਣੀ ਚਾਹੀਦੀ ਆ। ਅਸੀਂ ਉਹਨਾਂ 'ਚ ਡਟੇ ਹੋਏ ਹਾਂ ਜੀ। ਜਿੰਨਾ ਚਿਰ ਇਹ ਮੋਰਚਾ ਚੱਲੂਗਾ, ਨਿਹੰਗ ਸਿੰਘ ਫੌਜਾਂ ਇੱਥੇ ਡਟੀਆਂ ਰਹਿਣਗੀਆਂ। ਹਾਂਜੀ, ਹੋਰ ਕੁਝ ਪੁੱਛੋ। बाबा कुलविंदर जी, कल एक अहम बैठक हुई थी। अब जो जैसे राजा राज सिंह बाबा जी ने बताया, अब किस तरह की रणनीति है वो बना रहे हैं, क्योंकि दो बड़ी घटनाएं हैं वो यहाँ पर हुई है। लक्ष्मी सिंह हत्याकांड हुआ और एक नवीन है,
सोलर सप्लाई करने वाले सभी के पैर तोड़े। अब अपने जो फौजी हैं, जो सैनिक हैं, उनको किस तरह से अब आप जो आगू हैं, जो जत्थेदार हैं, वो किस तरह से कन्वे कर रहे हैं कि इस तरह की घटनाएं ना हो और जो मोर्चा है उसकी जो छवि पर कोई दाग ना लगे, उस पर किस तरह की रणनीति है वो नियम जत्थेदार बना रहे हैं? ਦੇਖੋ ਜਿਹੜੀ ਰਣਨੀਤੀ ਸਾਡੇ ਨਿਹੰਗਾ ਸਿੰਘਾਂ ਦੀ, ਹੁਣ ਇੱਥੇ 7 ਜਥੇਬੰਦੀਆਂ ਨਿਹੰਗਾ ਸਿੰਘਾਂ ਦੀ ਬੈਠੀ ਹੈ। 7 ਜਥੇਬੰਦੀਆਂ ਦੇ ਜਿੰਨੇ ਮੁਖੀ ਆ ਉਹਨਾਂ ਦੀ ਆਪੋ ਆਪਣੀ ਜ਼ਿੰਮੇਵਾਰੀ ਵੀ ਆਪਣੇ ਨਿਹੰਗਾ ਸਿੰਘਾਂ ਨੂੰ ਕੰਟਰੋਲ 'ਚ ਰੱਖਣਾ। ਇੱਥੇ ਸਾਡੇ ਹੋਰ ਬਾਬਾ ਜੀ ਹੈ, ਬਾਬਾ ਮਾਨ ਸਿੰਘ ਜੀ ਆ, ਉਹਨਾਂ ਦਾ ਜਿਹੜਾ ਜਥੇਦਾਰ ਅਮਨਦੀਪ ਸਿੰਘ ਹੈ, ਥੋੜ੍ਹੇ ਜਿਹੇ ਉਹਨਾਂ ਦੇ ਵਿੱਚ 1-2 ਸ਼ਰਾਰਤੀ ਅਨਸਰ ਸੀਗੇ, ਉਹਨਾਂ 'ਤੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ। ਜਿਵੇਂ ਤੁਸੀਂ ਹਰਿਆਣੇ ਵਾਲੇ ਦੀ ਗੱਲ ਕਰਦੇ ਮੁੰਡੇ ਦੀ, ਹੈ ਨਾ, ਚਲੋ ਗਲਤੀ ਤਾਂ ਹੋਈ ਹੈ ਨਾ, ਜਾਂ ਸਰਗੜ ਪਿੱਛੇ ਲੜਾਈ ਹੋਈ ਆ ਜਾਂ ਹੋਰ ਕਿਸੇ ਮੁਰਗੇ ਪਿੱਛੇ ਹੋਈ ਲੜਾਈ ਤਾਂ ਹੋਈ ਨਾ, ਗਲਤੀ ਦੋਵੇਂ ਧਿਰਾਂ ਦੀ ਹੁੰਦੀ। ਜੇ ਸਰਗੜ ਵਾਲੇ ਦੀ ਗਲਤੀ ਸੀ ਤੇ ਉਹ ਨਵਨੀਤ ਸਿੰਘ ਦੀ ਵੀ ਥੋੜ੍ਹੀ ਜਿਹੀ ਗਲਤੀ ਸੀ। ਜੇ ਆਪਾਂ ਉਹਨੂੰ ਸਮਝਾਉਣਾ ਹੈ ਹੋਰ ਬੜੇ ਤਰੀਕੇ ਸਮਝਾਉਣ ਦੇ, ਇਸ ਕਰਕੇ ਸਾਰੀਆਂ ਜਥੇਬੰਦੀਆਂ ਦਾ ਆਪੋ ਆਪਣਾ ਫਰਜ਼ ਬਣਦਾ ਹੈ। ਜਿਹੜੀ ਬੇਅਦਬੀ ਹੈ ਗੁਰੂ ਗ੍ਰੰਥ ਸਾਹਿਬ ਦੀ, ਦੇਖੋ ਬੇਅਦਬੀ ਤਾਂ ਹੋਈ ਨਾ, ਤਾਰ ਕਿਤੇ ਜੁੜਦੀ ਹੋਵੇ, ਭਾਵੇਂ ਕਿਸੇ ਨੇ ਲਿਆ ਕੇ ਬੇਅਦਬੀ ਕਰਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਤੇ ਜਿਹੜਾ ਜੋ ਹਾਦਸਾ ਹੋਇਆ, ਜੋ ਸੋਧਿਆ ਗਿਆ, ਉਹ ਸਾਰਿਆਂ ਨੂੰ ਪਤਾ ਹੈ। ਹੁਣ ਸੰਯੁਕਤ ਮੋਰਚੇ ਵਾਲੇ ਕਈ ਲੀਡਰ ਮੂੰਹ ਚੱਕ ਕੇ ਕਹਿਣਾ ਬੜਾ ਸੌਖਾ ਹੈ, ਬੱਤੀਆ ਜੋ 5-4 ਹੈਗੇ ਆ, ਸਾਹੀ ਨਾ ਤੇ ਮੰਨਦੇ ਕਿ ਨਾ ਸਾਨੂੰ ਕਿਸੇ ਦੀ ਲੋੜ ਹੈ ਵੀ ਇੰਜ ਕਰਤਾ ਖਾਲਸਾ ਪੰਥ ਨੇ। ਦੇਖੋ ਉਹ ਜੋ ਹੈ ਗੁਰੂ ਦੀ ਬੇਅਦਬੀ ਹੋਈ ਆ, ਤੇ ਉਹ ਸਾਰਾ ਕੁਝ ਬਿਲਕੁਲ ਸਹੀ ਹੋਇਆ। ਬਾਬਾ ਜੀ, ਇਹ ਵੀ ਕੱਲ ਤੁਸੀਂ ਰਣ ਕੀਤਾ ਕਿ ਅਸੀਂ ਹਰ ਇੱਕ ਪਿੰਡ ਪੰਜਾਬ ਦੇ ਹਰ ਇੱਕ ਗੁਰਦੁਆਰਾ ਸਾਹਿਬ ਜਾਵਾਂਗੇ, ਸਿੰਘ ਤੁਹਾਡੇ ਜਾਣਗੇ, ਉੱਥੇ ਦੇਖਣਗੇ ਕਿ ਗੁਰੂ ਗ੍ਰੰਥ ਸਾਹਿਬ ਅਸੀਂ ਪਰੇ ਲੱਗਦੇ ਜਾਂ ਨਹੀਂ ਲੱਗਦੇ। ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਸ਼੍ਰੋਮਣੀ ਕਮੇਟੀ ਦਾ ਅਤੇ ਹੋਰ ਪੰਥਕ ਧਿਰਾਂ ਦਾ, ਜਿਵੇਂ ਜਿਨ੍ਹਾਂ ਦੀ ਕੌਮ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੌਮ ਦੀ, ਉਹਨਾਂ ਦਾ ਫਰਜ਼ ਬਣਦਾ ਸੀ ਤੇ ਤੁਹਾਡੇ ਨਾਲ ਸਹਿਯੋਗ ਕਰਦੇ ਜਾਂ ਤੁਸੀਂ ਆਪਣੇ ਲੈਵਲ ਦੀ ਕਰੋ? ਦੇਖੋ ਗੱਲ ਸਭ ਤੋਂ ਵੱਡੀ ਤੇ ਇਹ ਜਿਹੜੀਆਂ ਪੰਥਕ ਧਿਰਾਂ ਨੇ ਇੱਥੇ ਸਿੰਘੂ ਬਾਰਡਰ ਦੇ ਜਿਹੜੀ ਜਥੇਬੰਦੀਆਂ ਸਾਰੀਆਂ ਦਾ ਗੁਰਮਤਾ ਹੋਇਆ ਹੈ ਵੀ ਇੱਥੋਂ ਜਥੇਬੰਦੀਆਂ 'ਚੋਂ 2 ਟੀਮਾਂ ਤਿਆਰ ਕੀਤੀਆਂ ਗਈਆਂ ਨੇ, ਤੇ ਉਹ ਕੱਲੇ ਪਿੰਡ 'ਤੇ ਜਾ ਕੇ ਦੇਖਣਗੇ ਵੀ ਗੁਰੂ ਘਰ 'ਚ ਵਧੀਆ ਪਹਿਰੇਦਾਰੀ ਹੋ ਰਹੀ, ਗੁਰੂ ਘਰ ਦਾ ਵਧੀਆ ਸੰਯੋਗ ਹੋ ਰਿਹਾ, ਮਹਾਰਾਜ ਨੂੰ ਕੋਈ ਬੇਅਦਬੀ ਦਾ ਖਤਰਾ ਤਾਂ ਨਹੀਂ, ਜਾਂ ਜਿਹੜੀ ਉੱਥੋਂ ਦੀ ਕਮੇਟੀ ਹੈ ਉਹਨਾਂ 'ਚੋਂ ਕੋਈ ਕਮੀ ਤਾਂ ਨਹੀਂ, ਉਹ ਜਾ ਕੇ ਅਸੀਂ ਕੱਲੇ ਗੁਰੂ ਘਰ 'ਚ ਚੈੱਕ ਕਰਾਂਗੇ। ਬਾਕੀ ਰਹਿ ਗਈ ਸ਼੍ਰੋਮਣੀ ਕਮੇਟੀ ਦੀ ਗੱਲ ਜਾਂ ਸਾਡੀਆਂ ਹੋਰ ਪੰਥਕ ਧਿਰਾਂ। ਦੇਖੋ ਸ਼੍ਰੋਮਣੀ ਕਮੇਟੀ ਦੇ ਉੱਥੇ ਬੰਦੇ ਨੇ ਸਰਗੜ ਪੀ ਕੇ ਬੇਅਦਬੀ ਕੀਤੀ ਕੇਸਗੜ੍ਹ ਸਾਹਿਬ, ਉਹਨਾਂ ਨੇ ਉਹਦੇ ਹੱਲ ਕੀਤਾ ਨਹੀਂ, ਅੱਧਾ ਘੰਟਾ ਉਹਨੂੰ ਬਹਾ ਕੇ ਰੱਖਿਆ। ਉਹ ਆਪ ਕਹਿ ਰਹੇ ਜੀ ਸਾਡੇ ਤੋਂ ਕੋਈ ਪਰਚਾ ਹੋ ਜਾਏਗਾ। ਦੇਖੋ ਇੱਕ ਏਡੀਆਂ ਵੱਡੀਆਂ ਸੰਸਥਾ ਦੇ ਸਥਾਨਾਂ 'ਤੇ ਬੇਅਦਬੀ ਹੋਣੀ ਤੁਸੀਂ ਆਪ ਦੇਖ ਸਕਦੇ, ਬੜੀ ਸ਼ੱਕ ਦੀ ਨਿਗਾਹ ਨਾਲ ਦੇਖਣਾ ਚਾਹੀਦਾ, ਕਿਉਂਕਿ ਅੱਜ ਸਾਡਾ ਸਮਾਜ 15 ਦੀਆਂ ਬੇਅਦਬੀਆਂ ਹੁੰਦੀਆਂ ਆ ਰਹੀਆਂ, 7 ਸਾਲ ਹੋ ਗਏ ਆ, 300-400 ਬੇਅਦਬੀਆਂ ਹੋ ਚੁੱਕੀਆਂ। ਜੇ ਇੱਥੇ ਸਿੰਘਾਂ ਨੇ ਦੇਖ ਲਿਆ, ਜੇ ਸਿੰਘ ਨਾ ਕੁਛ ਕਰਦੇ ਫਿਰ ਬੜੇ ਸਵਾਲ ਖੜੇ ਹੋਣੇ ਸੀ, ਇਹ ਜੀ ਭੰਗਾ ਪੀਣ ਵਾਲੇ ਜੀ, ਇਹ ਸੌਣ ਵਾਲੇ ਨਿਹੰਗ ਸਿੰਘ ਜੀ, ਬੱਕਰੇ ਖਾਂਦੇ। ਜੇ ਨਿਹੰਗਾ ਸਿੰਘਾਂ ਨੇ ਫੜਿਆ ਤੇ ਜੇ ਉਹਨੂੰ ਸੋਧ ਦਿੱਤਾ, ਸਾਨੂੰ ਨਿਹੰਗਾ ਸਿੰਘਾਂ ਨੂੰ ਕੋਈ ਉੱਤੇ ਸ਼ੰਕਾ ਨਹੀਂ ਗੀ, ਬਿਲਕੁਲ ਸਹੀ ਕੀਤਾ ਹੈ। ਤੇ ਬਾਕੀ ਜਿਹੜਾ ਬਾਬਾ ਜੀ ਨੇ ਦੱਸਿਆ ਵੀ ਗਾਂ ਬੇਅਦਬੀਆਂ ਰੋਕਣ ਲਈ ਅਸੀਂ ਸਾਰੀਆਂ ਇੱਥੋਂ ਪੰਥਕ ਜਥੇਬੰਦੀਆਂ ਜਿਹੜੀਆਂ ਸਿੰਘੂ ਬਾਰਡਰ 'ਤੇ ਆ, ਸਾਰੀ ਸੰਗਤ ਦੇ ਸੰਯੋਗ ਦੇ ਨਾਲ ਬੜਾ ਵੱਧ ਚੜ੍ਹ ਕੇ ਫੈਸਲਾ ਲਵਾਂਗੇ ਵੀ ਕਿਸੇ ਵੀ ਗੁਰੂ ਘਰ 'ਚ ਬੇਅਦਬੀ ਗਾ ਨਾ ਹੋਵੇ। ਜੇ ਹੋਏਗੀ, ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਆ ਗੁਰੂ ਘਰ 'ਚ ਰਹਿ ਰਹੀ ਹੈ, ਉਹਨਾਂ 'ਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਪ੍ਰਬੰਧਾਂ ਦਾ ਸੁਧਾਰ ਕਰਨਾ ਚਾਹੀਦਾ ਆਪਣਾ। ਤੇ ਇੱਕ ਦੂਸਰਾ ਨੰਬਰ, ਜਦੋਂ ਅਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਧੰਨਵਾਦ ਆ, ਸਾਰੀਆਂ ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਿੰਡਾਂ ਦੀਆਂ, ਉਹਨਾਂ ਨੂੰ ਅਪੀਲ ਹੈ ਸੁਣ ਲੈਣ, ਧਿਆਨ ਦੇ ਨਾਲ ਗ੍ਰੰਥੀ ਸਿੰਘ ਸੁਣ ਲੈਣ ਵੀ ਜਦੋਂ ਵੀ ਅਸੀਂ ਨੇ ਉੱਥੇ ਆਉਣਾ ਪਿੰਡ ਦੇ ਵਿੱਚ, ਉਹ ਚਾਹੇ ਅਸੀਂ ਰਾਤ ਨੂੰ ਆਈਏ ਚਾਹੇ ਦਿਨੇ ਉੱਥੇ ਆਈਏ ਚੈਕਿੰਗ ਕਰਨ ਵਾਸਤੇ, ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਤੇ ਗ੍ਰੰਥੀ ਸਿੰਘ ਆ, ਉਹਨਾਂ ਸਾਰਿਆਂ ਦੇ ਮੋਬਾਈਲ ਨੰਬਰ, ਜਿਹੜਾ ਗੁਰਦੁਆਰਾ ਸਾਹਿਬ ਦਾ ਬਾਹਰਲਾ ਗੇਟ ਆ ਵੱਡਾ, ਉਹਦੇ ਕੰਧ ਦੇ ਨਾਲ ਲੱਗੇ ਹੋਣੇ ਚਾਹੀਦੇ ਨੇ ਸਾਨੂੰ, ਕਿਉਂਕਿ ਅਸੀਂ ਪਿੰਡ ਦੇ ਵਿੱਚ ਨਹੀਂ ਪੁੱਛਦੇ ਫਿਰਾਂਗੇ ਪ੍ਰਧਾਨ ਦਾ ਘੜ ਕਿਹੜਾ, ਪ੍ਰਧਾਨ ਦਾ ਸਾਨੂੰ ਨੰਬਰ। ਤੁਹਾਡਾ ਫਰਜ਼ ਬਣਦਾ, ਗੁਰੂ ਦਾ ਇਹ ਕੰਮ ਹੈ, ਬੇਅਦਬੀਆਂ ਰੋਕਣ ਵਾਸਤੇ ਠੱਲਣ ਵਾਸਤੇ ਸਾਨੂੰ ਹੋਰ ਕੋਈ ਰਾਹ ਦਿਸਿਆ ਹੀ ਨਹੀਂ। ਇਹ ਜਿਹੜੇ ਕਦਮ ਚੱਕਣੇ ਚਾਹੀਦੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫਰਜ਼ ਬਣਦਾ ਸੀ, ਪਰ ਉਹਨਾਂ ਨੇ ਕੋਈ ਢੁਕਵਾਂ ਵੀ ਇਹਦੇ ਉੱਤੇ ਫੈਸਲਾ ਨਹੀਂ ਲਿਆ ਸਖਤ। ਇਸ ਕਰਕੇ ਪੂਰੀ ਕੌਮ ਨੇ, ਪੂਰੇ ਪੰਥ ਨੇ ਸਾਡੇ ਨਿਹੰਗ ਸਿੰਘਾਂ ਉੱਤੇ ਜਿਹੜੇ ਸਿੰਘੂ ਬਾਰਡਰ ਦੇ ਤੋਂ ਡਟੇ ਹੋਏ ਨੇ, ਸਾਨੂੰ ਉਹਨਾਂ ਨੇ ਪੂਰੀ ਹਮਾਇਤ ਦਿੱਤੀ ਆ, ਸਾਡੇ ਤੇ ਪੂਰਾ ਭਰੋਸਾ ਕੀਤਾ ਸੰਗਤ ਨੇ, ਅਤੇ ਜੋ ਪ੍ਰੋਗਰਾਮ ਅਸੀਂ ਦਿੱਤਾ ਉਹਨਾਂ ਨੇ ਸਾਰੀ ਸੰਗਤ ਨੇ ਪੂਰਨ ਤੌਰ 'ਤੇ ਉਹਦੀ ਹਮਾਇਤ ਡਟ ਕੇ ਕੀਤੀ ਹੈ। ਜਿਹੜੀਆਂ ਪੰਜਾਬ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਉਹ ਵੀ ਇਸ ਫੈਸਲੇ ਦਾ ਸਵਾਗਤ ਕਰ ਰਹੀਆਂ ਨੇ, ਉਹ ਵੀ ਇਹਦਾ ਹਮਾਇਤ ਕਰ ਰਹੀਆਂ ਨੇ, ਕਿਉਂਕਿ
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਰੋਕਣ ਵਾਸਤੇ ਬਹੁਤ ਯਤਨ ਹੋ ਰਹੇ ਨੇ, ਪਰ ਇਹ ਜਿਹੜਾ ਸਖਤ ਫੈਸਲਾ ਤਾਂ ਹੀ ਅਸੀਂ ਲਿਆ ਪਿੰਡ ਪਿੰਡ ਦੇ ਵਿੱਚ ਜਾ ਕੇ, ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਚਾਹੇ ਕਿਸੇ ਢਾਣੀ ਦੇ ਵਿੱਚ ਆ, ਪਿੰਡ ਦੇ ਵਿੱਚ ਆ, ਸ਼ਹਿਰਾਂ ਦੇ ਵਿੱਚ ਆ, ਚਾਹੇ ਉਹ ਕਿਸੇ ਦੇਖੋ ਵੱਡੀ ਸੰਸਥਾ ਦੇ ਨਾਲ ਗੁਰਦੁਆਰਾ ਸਾਹਿਬ ਜੁੜਿਆ ਹੋਇਆ, ਚਾਹੇ ਛੋਟੀ ਸੰਸਥਾ ਦੇ ਜਾਂ ਪਿੰਡ ਦੀਆਂ ਉਹਦੀਆਂ ਲੋਕਲ ਕਮੇਟੀਆਂ ਬਣੀਆਂ ਹੋਈਆਂ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ ਹੈ, ਸਤਿਗੁਰੂ ਪ੍ਰਕਾਸ਼ ਨੇ, ਉੱਥੇ ਜਾ ਕੇ ਅਸੀਂ ਪਹੁੰਚ ਕਰਕੇ ਉਹਦਾ ਜਾਇਜ਼ਾ ਲਵਾਂਗੇ। ਨੰਬਰ 1 ਤਾਂ ਨੋਟ ਕਰਨ ਸਾਰੇ ਬਈ ਜਿਹੜੇ ਪਿੰਡਾਂ ਵਾਲੇ ਨੇ ਪ੍ਰਧਾਨ ਕਮੇਟੀ ਬਣੀਆਂ, ਉਹ ਆਪਣੇ ਨੰਬਰ ਗੇਟ ਦੇ ਬਾਹਰਲੇ ਪਾਸੇ ਲਾਉਣ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ, ਚਾਹੇ ਅਸੀਂ ਰਾਤ ਨੂੰ ਜਾਈਏ ਚਾਹੇ ਦਿਨੇ ਜਾਈਏ ਚੈਕਿੰਗ ਵਾਸਤੇ। ਜਦੋਂ ਕੋਈ ਅਸੀਂ ਫੋਨ ਕਰਨਾ ਤੁਰੰਤ ਉੱਥੇ ਤੁਸੀਂ ਹਾਜ਼ਰ ਹੋਣੇ ਚਾਹੀਦੇ ਹੋ। ਗ੍ਰੰਥੀ ਸਿੰਘ ਵੀ ਹੁਣ ਤੋਂ ਹੀ ਤੁਸੀਂ ਹਲਚਲ ਜਿਹੜੀ ਉਹ ਸ਼ੁਰੂ ਹੋ ਗਈ ਆ। ਅੱਜ ਮੈਨੂੰ ਕਈ ਗ੍ਰੰਥੀ ਸਿੰਘਾਂ ਦੇ ਫੋਨ ਵੀ ਆਏ ਨੇ ਵੀ ਬਾਬਾ ਜੀ, ਮੈਂ ਕਿਹਾ ਵੀ ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਦੇਖੋ, ਕਈ ਜਗ੍ਹਾ ਦੇ ਵਿੱਚ ਗ੍ਰੰਥੀ ਸਿੰਘਾਂ ਨੇ ਕਿਹਾ ਵੀ ਸਾਡਾ ਕੋਈ ਕੁਝ ਹੋਰ ਨਹੀਂ। ਦੇਖੋ ਜਦੋਂ ਸ਼ਾਰਟ ਸਰਕਟ ਹੋਏ ਨੇ ਗੁਰੂ ਘਰਾਂ ਦੇ ਵਿੱਚ, ਉੱਥੇ ਗੁਰੂ ਸਾਹਿਬ ਦੀਆਂ ਅਨੇਕਾਂ ਸਰੂਪਾਂ ਦੀ ਜਿਹੜੇ ਉਹ ਬੇਅਦਬੀ ਹੋ ਗਈ, ਉਹ ਸੜ ਗਏ ਆ, ਤੇ ਕਈ ਥਾਵੇਂ ਰੁਮਾਲੇ ਸੜ ਗਿਆ। ਇਸ ਤਰ੍ਹਾਂ ਕਰਕੇ ਸਾਰੇ ਸੱਚਖੰਡ ਕਈ ਜਗ੍ਹਾ ਤੇ ਸੜ ਗਿਆ, ਤੇ ਉਹ ਅਸੀਂ ਕਿਹਦੇ ਹਿੱਸੇ ਪਾਵਾਂਗੇ? ਉਹਦੀ ਸਾਡੀ ਅਣਗਹਿਲੀ ਆ। ਟਾਈਮ ਨਾਲ ਲਾਈਟਾਂ ਨਾ ਬੰਦ ਕਰਨੀਆਂ, ਟਾਈਮ ਦੇ ਨਾਲ ਚੈਕਿੰਗ ਨਾ ਕਰਨੀ ਜਾਂ ਪੱਖੀ ਪੁੱਖੀ ਲਾਉਣੀ ਆ। ਇਹ ਮੈਂ ਪੁੱਛਦਾ ਚਾਹੁੰਦਾ ਸਾਰਿਆਂ ਨੂੰ ਵੀ ਕਦੇ ਮੰਦਿਰ ਦੇ ਵਿੱਚ ਸੁਣਿਆ ਕਿਤੇ ਅੱਗ ਲੱਗੀ ਹੋਈ? ਇੱਕ ਦੋ ਥਾਵੇਂ ਹੋ ਸਕਦਾ, ਪਰ ਮੇਰੀ ਨਜ਼ਰ ਦੇ ਵਿੱਚ ਨਹੀਂ ਆਇਆ। ਇਹ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਇਹ ਹੋ ਰਿਹਾ? ਸਾਜ਼ਿਸ਼ਾਂ ਨੇ ਇੱਕ ਤਿਆਰ ਕੀਤੀਆਂ ਗਈਆਂ, ਸਾਡੇ ਵਿੱਚੋਂ ਹੀ ਸਾਨੂੰ ਬੰਦਿਆਂ ਨੂੰ ਖਰੀਦ ਲਿਆ ਜਾਂਦਾ ਹੈ, ਜਿਹੜੀ ਸਾਜ਼ਿਸ਼ ਘੜ ਦਿੰਦੇ ਨੇ। ਇਸ ਕਰਕੇ ਸਾਰਿਆਂ ਦਾ ਸਾਡਾ ਫਰਜ਼ ਬਣਦਾ ਵੀ ਇਸ ਬੇਨਤੀ ਦੇ ਉੱਤੇ, ਇਸ ਕਦਮ ਦੇ ਉੱਤੇ ਜਿਹੜਾ ਅਸੀਂ ਫੈਸਲਾ ਲਿਆ, ਉਹਦੇ ਨਾਲ ਸਾਰੀ ਸੰਗਤ, ਸਾਰਾ ਪੰਥ, ਸਾਰੀਆਂ, ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ। ਮੈਂ ਅਪੀਲ ਕਰਨਾ ਚਾਹੁੰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਫਿਰ ਤੁਸੀਂ ਕਹਿੰਦੇ ਹੋ ਤੁਸੀਂ ਮੰਨਦੇ ਨਹੀਂ, ਅਕਾਲ ਤਖਤ ਸੁਪਰੀਮ ਹੈ, ਉੱਥੇ ਜਿਹੜਾ ਬੈਠਾ ਹੋਇਆ ਜਥੇਦਾਰ ਆ ਉਹ ਕਿਸੇ ਦੇਖੋ ਪੰਥ ਨੇ ਪੰਥ ਪ੍ਰਮਾਣਿਤ ਨਹੀਂ, ਬੇਸ਼ੱਕ ਉਹ ਕਿਸੇ ਧਿਰ ਦਾ ਬਣਾਇਆ ਹੋਇਆ, ਪਰ ਉਹ ਸਤਿਕਾਰਯੋਗ ਆ। ਕਿਉਂ? ਅੱਜ ਉਹ ਅਕਾਲ ਤਖਤ ਤੇ ਬੈਠਾ, ਤੇ ਸ਼੍ਰੋਮਣੀ ਕਮੇਟੀ ਵੀ ਗੁਰਧਾਮਾਂ ਦੀ ਰਖਵਾਲੀ ਵਾਸਤੇ ਜਾਂ ਗੁਰੂ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਬਣਾਈ ਗਈ ਆ। ਲੋਕਾਂ ਨੂੰ ਨੁਮਾਇੰਦੇ ਚੁਣ ਕੇ ਭੇਜੇ ਨੇ, ਤੇ ਉਹਨਾਂ ਦਾ ਵੀ ਹੱਕ ਬਣਦਾ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਾਂਗੇ, ਸਾਰੇ ਜਥੇਦਾਰਾਂ ਨੂੰ, ਵੀ ਇਹ ਜਿਹੜਾ ਨਿਹੰਗ ਸਿੰਘਾਂ ਨੇ ਫੈਸਲਾ ਲਿਆ, ਫਿਰ ਨਾ ਤਾਂ ਅਸੀਂ ਕੋਈ ਚਿੱਠੀ ਦੇਣੀ ਆ ਉਹਨਾਂ ਨੂੰ, ਨਾ ਅਸੀਂ ਕੋਈ ਉਹ ਕਰਨ, ਅਸੀਂ ਤਾਂ ਅਪੀਲ ਤੁਹਾਡੇ ਮੀਡੀਆ ਰਾਹੀਂ ਕਰਨੀ ਆ, ਕਿਉਂਕਿ ਕੱਲੇ ਕੋਲੇ ਫੋਨ ਹੈ, ਸਾਰੇ ਸੁਣਦੇ ਨੇ। ਉਹ ਇਸ ਦੇ ਉੱਤੇ ਸਾਨੂੰ ਰਾਏ ਦੇਣ। ਇੱਕ ਹਫ਼ਤੇ ਦਾ ਅਸੀਂ ਇੰਤਜ਼ਾਮ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਪਾ ਦਿਆਂਗੇ, ਸਾਨੂੰ ਕੋਈ ਨਹੀਂ। ਉਹਨਾਂ ਨੂੰ ਇਹ ਜਿਹੜਾ ਫੈਸਲਾ ਨਿਹੰਗ ਸਿੰਘਾਂ ਨੇ ਲਿਆ ਉਹ ਸਹੀ ਆ ਜਾਂ ਉਹ ਗਲਤ ਹੈ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਦੱਸੇ, ਸ਼੍ਰੋਮਣੀ ਕਮੇਟੀ ਵੀ ਦੱਸੇ, ਜਿਹੜੀਆਂ ਹੋਰ ਪੰਥ ਦੀਆਂ ਪ੍ਰਮਾਣਿਤ ਕਹਿੰਦੇ ਸੀ ਠੇਕਾ ਲਿਆ ਹੋਇਆ ਪੰਥ ਦਾ, ਉਹ ਵੀ ਰਾਏ ਦੇਣ ਵੀ ਇਹ ਫੈਸਲਾ ਗਲਤ ਆ ਜਾਂ ਸਹੀ ਆ। ਪਰ ਸਾਨੂੰ ਇਹ ਫੈਸਲਾ ਪੂਰੇ ਵਰਲਡ ਦੇ ਵਿੱਚੋਂ ਸਾਨੂੰ ਹਮਾਇਤ ਆਈ ਆ। ਇਹ ਪੰਥ ਨੇ, ਜਿਹੜੀ ਇਹ ਸਿੱਖ ਕੌਮ ਹੈ, ਉਹਨੇ ਇਸ ਫੈਸਲੇ ਨੂੰ ਜਾਇਜ਼ ਸਹੀ ਠਹਿਰਾਇਆ। ਅਸੀਂ ਇਹ ਕਾਰਵਾਈ 15 ਦਿਨਾਂ ਦੇ ਅੰਦਰ ਆਰੰਭ ਕਰ ਦੇਣੀ ਆ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੁਚੇਤ ਹੋ ਜਾਣ, ਜਿੱਥੇ ਕੋਈ ਪਹਿਰੇਦਾਰ ਨਹੀਂ ਹੈਗਾ, ਹੁਣ ਉੱਥੋਂ ਦੀਆਂ ਗੁਰਦੁਆਰੀਆਂ ਪ੍ਰਬੰਧਕ ਕਮੇਟੀਆਂ ਧਿਆਨ ਕਰਕੇ ਸੁਣਨ, ਜਿੱਥੇ ਚਾਹੇ ਛੋਟਾ ਵੱਡਾ ਗੁਰਦੁਆਰਾ, ਚਾਹੇ ਉਹ ਕਿਤੇ ਜਥੇਬੰਦੀ ਦਾ ਗੁਰਦੁਆਰਾ, ਚਾਹੇ ਆਮ ਲੋਕਲ ਗੁਰਦੁਆਰਾ ਸਾਹਿਬ ਆ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਪਰੀਮ ਹਸਤੀ ਜਿਹੜੀ ਦੁਨੀਆ ਦੀ ਹੈ, ਉਹ ਉੱਥੇ ਪ੍ਰਕਾਸ਼ਮਾਨ ਆ। ਜੇ ਉੱਥੇ ਕੋਈ ਪਹਿਰੇਦਾਰ ਸਾਨੂੰ ਨਹੀਂ ਮਿਲਦਾ, ਜੇ ਉੱਥੇ ਕੋਈ ਕੁਤਾਹੀ ਵਰਤੀ ਜਾਂਦੀ ਆ, ਤਾਂ ਤੁਰੰਤ ਅਸੀਂ ਐਕਸ਼ਨ ਲੈ ਕੇ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਆ ਉੱਥੋਂ ਚੁੱਕ ਲਿਆ ਜਾਵੇਗਾ। ਉੱਥੋਂ ਚੱਕ ਕੇ ਉਹ ਫਿਰ ਜਿੱਥੇ ਵੀ ਅਸੀਂ ਸਾਨੂੰ ਜਗ੍ਹਾ ਲੱਗਦੀ ਆ, ਨੇੜੇ ਤੇੜੇ ਕੋਈ ਸਥਾਨ ਆ ਵੱਡਾ, ਉੱਥੇ ਸੁਭਾਏਮਾਨ ਕੀਤਾ ਜਾਏਗਾ। ਜਿੰਨਾ ਚਿਰ ਉਸ ਨਗਰ ਦੀ ਪ੍ਰਬੰਧਕ ਕਮੇਟੀ ਇਹ ਜ਼ਿੰਮੇਵਾਰੀ ਲਿਖ ਕੇ ਨਹੀਂ ਦੇ ਦਿੰਦੀ ਸਾਨੂੰ ਵੀ ਅਸੀਂ ਪਹਿਰੇਦਾਰ ਰੱਖਾਂਗੇ, ਅਸੀਂ ਪੂਰਾ ਜਿਹੜੇ ਪਹਿਰੇਦਾਰੀ ਕਰਾਂਗੇ, ਪੂਰਾ ਸਤਿਕਾਰ ਕਰਾਂਗੇ, ਉਹਨਾਂ ਚਿਰ ਅਸੀਂ ਉਹ ਸਰੂਪ ਉੱਥੇ ਨਹੀਂ ਲੈ ਕੇ ਜਾਂਦੇ। ਜਦੋਂ ਸਾਨੂੰ ਲਿਖਤੀ ਰੂਪ ਦੇ ਵਿੱਚ ਦੇਣਗੇ, ਪੂਰਨ ਤੌਰ 'ਤੇ ਸਾਨੂੰ ਭਰੋਸਾ ਦੇਣਗੇ, ਤਾਂ ਅਸੀਂ ਆਪਣੇ ਆਪ ਜਾ ਕੇ ਉੱਥੇ ਜਿਹੜੇ ਸਤਿਗੁਰਾਂ ਦੇ ਸਰੂਪ ਨੇ ਉਹ ਗੁਰੂ ਘਰ ਦੇ ਵਿੱਚ ਪ੍ਰਕਾਸ਼ ਮਾਨ ਕਰਕੇ ਆਵਾਂਗੇ। ਹੁਣ ਇਹ ਜਿਹੜੀਆਂ ਬੇਨਤੀਆਂ ਨੇ ਇਹ ਪ੍ਰਵਾਨ ਕਰ ਲਿਓ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਇੱਕ ਹੋਰ, ਵੀ ਕਈ ਦੇਖੋ ਸਾਨੂੰ ਬਦਨਾਮ ਕਰਨ ਵਾਸਤੇ ਵੀ ਤੁਰਨਗੇ,
ਵੀ ਅਸੀਂ ਉਹਨਾਂ ਨਾਲ ਸੰਬੰਧਿਤ ਹੈ। ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਬੈਠੇ ਨੇ, ਇੱਕ ਜਥੇ ਦੀ ਅਗਵਾਈ ਇਹ ਕਰਨਗੇ। ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਬੈਠੇ ਨੇ, ਇਹਨਾਂ ਦਾ ਜਿਹੜਾ ਸਿੰਘ ਆ ਇੱਕ ਜਥੇ ਦੀ ਅਗਵਾਈ ਉਹ ਕਰੂਗਾ। ਬਕਾਇਦਾ ਤੁਹਾਨੂੰ ਜਿਹੜੇ ਨੰਬਰ ਦਿੱਤੇ ਜਾਣਗੇ, ਮੇਰਾ ਨੰਬਰ ਨੋਟ ਕਰ ਲਓ 98 152 64 704। ਜਦੋਂ ਵੀ ਲੋੜ ਪੈਂਦੀ ਹੈ ਇਸ ਨੰਬਰ ਤੇ ਤੁਸੀਂ ਨੇ ਫੋਨ ਕਰਨਾ, ਬਾਬਾ ਜੀ ਦੀ ਦੱਸ ਦੇਣਗੇ। ਬਾਬਾ ਜੀ ਨੰਬਰ ਦੱਸੋ ਇੱਕ ਵਾਰੀ। 98 552 21 104। ਦੁਬਾਰੇ ਫਿਰ ਦਿਓ। 98 552 21 104। ਇਹ ਨੰਬਰਾਂ 'ਤੇ ਤੁਸੀਂ ਫੋਨ ਕਰਕੇ ਪੁੱਛਣਾ। ਕਈ ਵਾਰੀ ਸਾਨੂੰ ਸਾਡੇ ਭੇਸ ਦੇ ਵਿੱਚ ਆ ਕੇ ਹੋਰ ਪਿੰਡਾਂ ਦੇ ਵਿੱਚ ਤੁਰ ਪੈਂਦੇ ਨੇ ਗਲਤ ਕੰਮ ਕਰਨ ਵਾਸਤੇ, ਕੋਈ ਗਲਤ ਕੰਮ ਨਾ ਕਰ ਜਾਵੇ। ਇਸ ਕਰਕੇ ਤੁਸੀਂ ਨਿਰੀਖਣ ਲੱਗਿਆ ਇਹ ਜਿੱਥੇ ਸਿੰਘੂ ਬਾਰਡਰ ਤੋਂ ਤੁਰ ਰਹੇ ਨੇ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੁਰ ਰਹੇ ਨੇ। ਕੋਈ ਸਾਨੂੰ ਇੱਕ ਕਦੋਂ ਫੋਨ ਵੀ ਤੁਸੀਂ ਬੰਦੇ ਭੇਜ ਨਹੀਂ, ਇੱਥੇ ਜਿੱਥੇ ਜਾਣਾ ਉੱਥੇ ਜਥੇ ਦੀ ਵੀ ਸਾਡਾ ਪਛਾਣ ਤੁਹਾਨੂੰ ਹੋਣੀ ਚਾਹੀਦੀ ਹੈ। ਇਹਨਾਂ ਦੇ ਤੇ ਲੈਟਰ ਪੈਡ ਦੇ ਉੱਤੇ ਅਸੀਂ ਲਿਖ ਕੇ ਦੇਵਾਂਗੇ। ਜਿਹੜੇ ਹੋਰ ਨਿਹੰਗ ਸਿੰਘ ਪਿੰਡਾਂ ਦੇ ਵਿੱਚ ਆਮ ਨਿਹੰਗ ਸਿੰਘ ਨੇ, ਗੁਰੂ ਕਾ ਬਾਣਾ ਪਾਇਆ 10ਵੇਂ ਪਾਤਸ਼ਾਹ ਦਾ, ਜਿਹੜੇ ਦਾਲਾਂ ਪੰਥ ਦੇ ਵਿੱਚ ਨਹੀਂ ਵਿਚਰਦੇ, ਉਹਨਾਂ ਨੂੰ ਵੀ ਬੇਨਤੀ ਹੈ। ਤੇ ਜਿਨ੍ਹਾਂ ਦੀਆਂ ਸੇਵਾਵਾਂ ਕਰਨੀਆਂ ਨੇ, ਦੇਖੋ ਇੱਥੇ ਗੁਰੂ ਦੀ ਮਰਜ਼ਾਦਾ ਦੀ ਗੱਲ ਹੈ, ਇੱਥੇ ਗੁਰੂ ਦੀ ਗੱਲ ਹੈ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਮਰਜ਼ਾਦਾ ਅਸਲ ਉਹਨੂੰ ਬਹਾਲ ਕਰਨਾ, ਜਿਹੜੀ ਦਿੱਤੀ ਹੋਈ ਮਰਜ਼ਾਦਾ ਉਹਨੂੰ ਇੰਨ ਬਿੰਨ ਲਾਗੂ ਕਰਨਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸੀਗੀ। ਅੱਜ ਸਾਡੇ ਵਿੱਚ ਸਾਡੇ ਵਰਗੇ ਬਾਣੇ ਪਾ ਕੇ ਨਕਲੀ ਜਿਹੜਾ ਸਾਡੇ ਵਿੱਚ ਘੁਸਪੈਠ ਹੋ ਚੁੱਕੀ ਹੈ, ਉਹ ਸਾਡੇ ਪੰਥ ਨੂੰ ਗੁਰੂ ਦੀ ਮਰਜ਼ਾਦਾ ਨੂੰ ਢਾਹ ਲਾ ਰਹੇ ਨੇ। ਉਹ ਗੁਰੂ ਦੀਆਂ ਮਰਜ਼ਾਦਾ ਦੀਆਂ ਧੱਜੀਆਂ ਉਡਾ ਰਹੇ ਨੇ। ਇਸ ਕਰਕੇ ਉਹਨੂੰ ਠੱਲ ਪਾਉਣ ਵਾਸਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੱਤੀ ਹੋਈ ਮਰਜ਼ਾਦਾ ਨੂੰ ਕਾਇਮ ਕਰਨ ਵਾਸਤੇ ਇਹ ਸਾਰੇ ਕਦਮ ਚੁੱਕੇ ਗਏ ਨੇ। ਸਾਰੀਆਂ ਸੰਗਤਾਂ ਇਸ ਗੱਲ ਦਾ ਧਿਆਨ ਦੇਣ ਜੀ। ਹੁਣ ਤੁਹਾਡੇ 15 ਦਿਨਾਂ ਦੇ ਅੰਦਰ ਅੰਦਰ ਇੱਥੋਂ ਪੰਜਾਬ ਤੋਂ ਮਾਲਵੇ ਦੀ ਧਰਤੀ 'ਤੇ ਪਹਿਲਾ ਜਿਹੜਾ ਪਿੰਡਾਂ ਦਾ ਜਿਹੜਾ ਹੈ ਉਹ ਦੌਰਾ ਕੀਤਾ ਜਾਵੇਗਾ। ਜਾ ਕੇ ਉਹ ਗੁਰੂ ਘਰਾਂ ਦੀ ਚੈਕਿੰਗ ਕੀਤੀ ਜਾਵੇਗੀ। ਜਿੱਥੇ ਜਿੱਥੇ ਪਹਿਰੇਦਾਰ ਨਹੀਂ ਹੋਣਗੇ ਉੱਥੋਂ ਅਸੀਂ ਸਾਫ਼ ਤੌਰ 'ਤੇ ਦੱਸਦੇ ਹਾਂ, ਚਾਹੇ ਉਹ ਕਿਸੇ ਧਿਰ ਨਾਲ ਜੁੜਿਆ ਹੋਵੇ, ਸਾਨੂੰ ਕੋਈ ਪਰਵਾਹ ਨਹੀਂ। ਉਹ ਆਪ ਉੱਥੇ ਪਹਿਰੇਦਾਰੀ ਦਾ ਪ੍ਰਬੰਧ ਕਰਨ। ਜਦੋਂ ਅਸੀਂ ਹੋਰ ਕੰਮ ਕਰ ਸਕਦੇ ਹਾਂ, ਗੁਰੂ ਸਾਹਿਬ ਦਾ ਇੰਨਾ ਨਰਾਦਰ ਹੋ ਰਿਹਾ ਦਿਨ, ਹੋਰ ਕੋਈ ਹੀਲਾ ਹੈ ਹੀ ਨਹੀਂ। ਪਹਿਰੇਦਾਰੀ ਉੱਥੇ ਜ਼ਰੂਰ ਹੋਣੀ ਚਾਹੀਦੀ ਹੈ, ਚਾਹੇ ਪਿੰਡਾਂ ਪ੍ਰਤੀ ਘਰਾਂ ਪ੍ਰਤੀ ਬੰਦੇ ਛੱਡੋ, ਚਾਹੇ ਉੱਥੇ ਤਨਖਾਹ ਦੇ ਕੇ ਪਹਿਰੇਦਾਰ ਰੱਖੇ ਜਾਣ। ਅੱਛਾ, ਜੇ ਕਿਤੇ ਇੱਕ ਹੋਰ ਬੇਨਤੀ ਹੈ, ਖਾਸ ਕਰਕੇ ਉਹ ਧਿਆਨ ਨਾਲ ਸੁਣੋ। ਜੇ ਕਿਤੇ ਪਰਮੇਸ਼ਰ ਰੱਬ ਨਾ ਕਰੇ ਕਿਤੇ ਬੇਅਦਬੀ ਹੋ ਜਾਂਦੀ ਹੈ ਕਿਸੇ ਨਗਰ ਦੇ ਵਿੱਚ, ਉੱਥੋਂ ਦੀ ਉਹ ਪ੍ਰਬੰਧਕ ਕਮੇਟੀ ਜ਼ਿੰਮੇਦਾਰ ਹੋਊਗੀ। ਜਿਹੜੇ ਗ੍ਰੰਥੀ ਸਿੰਘ ਨੇ, ਜੇ ਉਹਨਾਂ ਦੀ ਵੀ ਛਾਣਬੀਣ ਕੀਤੀ ਜਾਊਗੀ। ਜੇ ਉਹਨਾਂ ਦਾ ਵੀ ਕੋਈ ਮਾੜਾ ਮੋਟਾ ਢਿੱਲ ਗੁਜ਼ਾਰੀ ਆ ਜਾਂਦੀ ਆ ਜਾਂ ਅਵੇਸਲਾਪਣ ਉਹਦੇ ਵਿੱਚ ਸਾਨੂੰ ਦਿਸਦਾ, ਤਾਂ ਉਹਨੂੰ ਪੰਥ ਵੱਲੋਂ ਜਿਹੜੀ ਪੰਥ ਪ੍ਰਮਾਣਿਤ ਮਰਜ਼ਾਦਾ ਸਾਡੀ, ਉਹਨੂੰ ਬੰਨ੍ਹ ਕੇ ਕੋੜੇ ਮਾਰੇ ਜਾਣਗੇ ਸਾਰਿਆਂ ਦੇ ਸਾਹਮਣੇ। ਚਾਹੇ ਉਹ ਪਿੰਡ ਦਾ ਕਿੱਡਾ ਵੀ ਮੋਹਰਤਬਾਰ ਬੰਦਾ ਹੋਵੇ, ਚਾਹੇ ਕਿਸੇ ਸੰਸਦ ਦਾ ਮੁਖੀ ਹੋਵੇ, ਸਾਨੂੰ ਪਰਵਾਹ ਨਹੀਂ। ਅਸੀਂ ਗੁਰੂ ਦੀ ਮਰਜ਼ਾਦਾ ਬਹਾਲ ਕਰਨੀ ਆ ਤੇ ਨਾਲ ਹੀ ਇਹ ਪੰਥ ਦੀ ਸਜ਼ਾ ਵੀ ਦਿੱਤੀ ਜਾਊਗੀ ਤੇ ਉਹਦੇ ਉੱਤੇ ਦੂਸਰੇ ਨੰਬਰ ਤੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਪਹੁੰਚਾਇਆ ਜਾਊਗਾ। ਇਹ ਹੁਣ ਸਾਰੇ ਧਿਆਨ ਦੇਣ, ਸੁਣ ਲੈਣ। ਸਾਰੇ ਹੱਥ ਮੰਨ ਕੇ ਬੇਨਤੀ ਹੈ, ਕਿਉਂਕਿ ਇਹ ਸਖਤ ਫੈਸਲੇ ਨੇ। ਸੰਗਤ ਜਦੋਂ ਇਹ ਸਾਨੂੰ ਸਾਥ ਦਿਓਗੇ ਨਾ, ਅਸੀਂ ਹੋਰ ਵੀ ਜਿਹੜੇ ਮਰਜ਼ਾਦਾ ਨੇ ਉਹ ਵੀ ਕਾਇਮ ਕਰਨੇ ਆ। ਦੂਸਰੇ ਨੰਬਰ ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਸਾਰੀ ਅੰਮ੍ਰਿਤਧਾਰੀ ਹੋਣੀ ਚਾਹੀਦੀਆਂ। ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਹ ਹੁਣ ਕਈਆਂ ਪਿੰਡਾਂ ਦੇ ਵਿੱਚ ਗੈਰ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਪਾਸੇ ਹਟਾ ਕੇ, ਜ਼ਿੰਮੇਵਾਰੀ ਤੋਂ ਉਹਨੂੰ ਪਾਸੇ ਹਟਾ ਕੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਉਹ ਗੁਰੂ ਘਰ ਦਾ ਪ੍ਰਬੰਧ ਸਾਂਭਣ ਤੇ ਅਸੀਂ ਪੂਰਾ ਸਖਤ ਐਕਸ਼ਨ ਲਵਾਂਗੇ। ਦੇਖੋ, ਇੱਕ ਹੋਰ ਅਸੀਂ ਸਾਰੇ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਭਾਰਤ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਇਹ ਅਪੀਲ ਕਰਦੇ ਹਾਂ ਤੇ ਮੰਗ ਕਰਦੇ ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਸਾਰੀਆਂ ਧਾਰਮਿਕ ਪਾਰਟੀਆਂ ਨੂੰ, ਚਾਹੇ ਉਹ ਸਿੱਖਾਂ ਦੀਆਂ ਪਾਰਟੀਆਂ ਹੋਣ, ਮੁਸਲਮਾਨਾਂ ਦੀਆਂ ਹੋਣ, ਹਿੰਦੂਆਂ ਦੀਆਂ ਹੋਣ, ਚਾਹੇ ਈਸਾਈਆਂ ਦੀਆਂ ਹੋਣ, ਕਿਸੇ ਧਰਮ ਨਾਲ ਉਹ ਬਿਲੋਂਗ ਕਰਦੀਆਂ ਹੋਣ, ਰਾਜਨੀਤਿਕ ਔਰ ਧਾਰਮਿਕ। ਇੱਕ ਗੱਲ ਮੰਨੋ, ਜਿਹੜੇ ਨੁਮਾਇੰਦੇ ਉੱਥੇ ਗਏ ਹੋਏ ਨੇ, MP ਨੇ, ਉਹ ਲੋਕ ਸਭਾ ਵਿੱਚ ਇਹ ਜਾ ਕੇ ਬੋਲਣ ਕਿ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਆ, ਉਹ ਜੀਵਤ ਗੁਰੂ ਆ, ਚਾਹੇ ਕੁਰਾਨ ਦੀ ਬੇਅਦਬੀ ਆ, ਚਾਹੇ ਰਮਾਇਣ ਦੀ ਬੇਅਦਬੀ ਆ, ਚਾਹੇ ਬਾਈਬਲ ਦੀ ਬੇਅਦਬੀ ਆ, ਕੋਈ ਵੀ ਕਿਸੇ ਦੀ ਬੇਅਦਬੀ ਕਰਦਾ ਉਹ ਦੋਸ਼ੀ ਫੜਿਆ ਜਾਂਦਾ ਹੈ, ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਾਂ ਉਸ ਤੋਂ ਵੀ ਭੈੜੀ ਸਜ਼ਾ ਹੋਣੀ ਚਾਹੀਦੀ ਆ, ਉਮਰ ਕੈਦ ਦੀ। ਇੱਥੋਂ ਤੱਕ ਉਹ ਸਜ਼ਾ ਦਾ ਹੱਕਦਾਰ ਆ। ਜੇ ਇਹ ਕਾਨੂੰਨ ਬਣ ਜਾਂਦਾ ਫਿਰ ਸਾਨੂੰ ਕੀ ਆਪਦੇ ਕਾਨੂੰਨ ਹੱਥ ਲੈਣ ਦੇ ਵਿੱਚ ਲੋੜ ਆ। ਮੁੜ ਕੇ ਜਿਹੜੇ ਲੋਕ ਨੇ ਉਹ ਵੀ ਰੁਕ ਜਾਣਗੇ।
ਇਹ ਬੇਅਦਬੀਆਂ ਦਾ ਹੱਲ ਹੈ। ਇਹ ਵੀ ਅਸੀਂ ਸਾਰਿਆਂ ਨੂੰ ਅਪੀਲ ਕਰਤੀ ਹੈ। ਹੁਣ ਅਸੀਂ ਦੇਖੋ, ਸਾਨੂੰ ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ। ਜੇ ਕਿਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਉੱਥੇ ਵੀ ਅਸੀਂ ਅੱਜ ਕਹਿੰਦੇ ਨਿਹੰਗ ਸਿੰਘਾਂ ਨੇ ਡਿਸੀਜਨ ਲੈ ਲਿਆ, ਜੇ ਉਹ ਸਰਬਲੋਧ ਦੀ ਜਗ੍ਹਾ ਤੇ ਕੋਈ ਕੁਰਾਨ, ਬਾਈਬਲ ਜਾਂ ਹੋਰ ਰਮਾਇਣ ਦੀ ਸਾਡੇ ਸਾਹਮਣੇ ਬੇਅਦਬੀ ਕਰਦਾ, ਅਸੀਂ ਉਹਦਾ ਹਾਲ ਵੀ ਉਹੀ ਕਰਨਾ ਸੀ, ਕਿਉਂਕਿ ਉਹ ਧਾਰਮਿਕ ਗ੍ਰੰਥ ਆ। ਤਿੰਨ ਖਾਲਸਾ ਪੰਥ ਕਦੇ ਵੀ ਕਿਸੇ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਧਰਮ ਦੀ ਕੋਈ ਬੇਅਦਬੀ ਕਰੇ, ਨਾ ਕਿਸੇ ਨੂੰ ਹੱਕ ਦਿੰਦਾ, ਨਾ ਬੇਅਦਬੀ ਕਰਨ ਵਾਲਾ ਕਿਸੇ ਜਾਤ ਦਾ ਹੋ ਸਕਦਾ, ਨਾ ਕਿਸੇ ਧਰਮ ਦਾ ਹੋ ਸਕਦਾ। ਉਹ ਇਨਸਾਨ ਹੀ ਨਹੀਂ ਜਿਹੜੇ ਕਿਸੇ ਧਰਮ ਦੀ ਜਾਂ ਉਹ ਰਹਿਬਰਾਂ ਦੀ ਬੇਅਦਬੀ ਕਰਦਾ। ਇਹ ਸਾਰੇ ਧਿਆਨ ਦੇਣ, ਬੇਅਦਬੀ ਨੇ, ਅਸੀਂ ਉਹਨਾਂ ਦੇ ਬਿਲਕੁਲ ਬਰਖਲਾਫ ਹਾਂ। ਇਸ ਕਰਕੇ ਇਹ ਸਾਨੂੰ ਸਖਤ ਐਕਸ਼ਨ ਲੈਣੇ ਪਏ। ਇਹ ਸੰਗਤਾਂ ਬੇਨਤੀਆਂ ਪ੍ਰਵਾਨ, ਸਾਡਾ ਇੱਥੋਂ ਪੰਜਾਬ ਦੀਆਂ ਸੰਗਤਾਂ, ਭਾਰਤ ਦੀਆਂ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਪੂਰਨ ਤੌਰ 'ਤੇ ਡਟ ਕੇ ਹਮਾਇਤ ਕਰਨ। ਅਸੀਂ ਜੋ ਫੈਸਲੇ ਨੇ, ਜਿਹੜਾ ਸਾਡੇ ਪੰਥ ਦੇ ਵਿੱਚ ਘੁਸਪੈਠ ਹੋ ਚੁੱਕੀ ਆ, ਉਹਨਾਂ ਤੋਂ ਖਹਿੜਾ ਛਡਾਉਣ ਵਾਸਤੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਹੋਈ ਮਰਜ਼ਾਦਾ ਸਿਧਾਂਤ ਹੈ, ਉਹਦੇ ਉੱਤੇ ਪਹਿਰਾ ਦਿੰਦੇ ਹੋਏ ਅਸੀਂ ਪੰਥ ਨੂੰ ਨਵੀਂ ਸੇਧ ਦੇ ਸਕੀਏ। ਇਹ ਸੇਧ ਤਾਂ ਦਿੱਤੀ ਜਾ ਸਕੂਗੀ ਕਿਉਂਕਿ ਜਿਹੜੇ ਸਾਡੇ ਪੰਥ ਦੇ ਵੱਡੇ ਠੇਕੇਦਾਰ ਨੇ, ਉਹ ਵੀ ਉਹਨਾਂ ਨੇ ਲੱਤਾਂ ਖਿੱਚਣੀਆਂ ਨੇ, ਕਿਉਂਕਿ ਉਹਨਾਂ ਨੇ ਆਪ ਤਾਂ ਕੁਛ ਕਰਨਾ ਨਹੀਂ, ਨਾ ਕਿਸੇ ਨੂੰ ਕੁਛ ਕਰਨ ਦੇਣਾ। ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਡਾ ਵੱਧ ਚੜ੍ਹ ਕੇ ਸੰਯੋਗ ਦਿਓ, ਤਾਂ ਕਿ ਜਿਹੜੇ ਪੰਥ ਦੇ ਵਿੱਚ ਲੱਲੀ ਸੱਲੀ ਘੁਸੀ ਹੋਈ ਆ, ਜਿਹੜਾ ਪੰਥ ਨੂੰ ਖਰਾਬ ਕਰਨ ਵਾਸਤੇ ਸਾਡੇ ਵਿੱਚ ਘੁਸਪੈਠ ਹੋ ਚੁੱਕੀ ਹੈ, ਉਹਨਾਂ ਨੂੰ ਅਸੀਂ ਲਾਂਭੇ ਕਰਕੇ ਨਿਰੋਲ ਪੰਥ ਦੀ ਮਰਜ਼ਾਦਾ ਕਾਇਮ ਕਰ ਸਕੀਏ ਜੀ। ਪੰਜਾਬ ਦੇ ਨਾਲ ਹੋਰ ਸਟੇਟਾਂ ਦੇ ਵਿੱਚ ਵੀ ਜਾਓਗੇ? ਹਾਂਜੀ, ਜਿੱਥੇ ਤੁਹਾਨੂੰ ਦੱਸ ਦਿੱਤਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਪੰਜਾਬ ਦੀ ਧਰਤੀ ਤੇ ਜਾਣਾ ਹੀ ਜਾਣਾ। ਹਰਿਆਣੇ 'ਚ ਵੀ ਜਾਵਾਂਗੇ, ਭਾਰਤ ਦੇ ਵਿੱਚ ਜਿੱਥੇ ਵੀ ਪ੍ਰਕਾਸ਼ ਆ ਅਸੀਂ ਉੱਥੇ ਤੱਕ ਪਹੁੰਚ ਕਰਾਂਗੇ, ਸਾਰੇ ਸਾਹਮਣੇ ਜਾਇਆ ਜਾਊਗਾ। मथुरा भी करके हैं। हाँ जी। मेरा एक लास्ट सवाल है, उसके बाद खत्म कर देंगे। पुलिस प्रशासन ने लखबीर सिंह हत्याकांड में एक दलील रखी है कोर्ट के सामने कि हमें एक जो मुख्य आरोपी है उसकी गिरफ्तारी कर दी है। उसको लेकर अब जत्थेबंदियां हैं, नियम जत्थेबंदियां, वो क्या कदम उठा रही है? उसको लेकर कोई मीटिंग में बातचीत हुई होगी? उन्होंने कोई नाम तो रखे होना, कौन मुख्य आरोपी है, कौन है? नाम नहीं उन्होंने दसा कोर्ट के सामने। देखो सानू उत्थे बुलाया गया सीगा, मैं SSP रंधावा साहब ने बुलाया सी मैनू। दूसरे दिन ही बाबा बलविंदर सिंह मोयां दी मंडी वाले होर निहंग सिंह गए, असीं उन्हां नूं जो उन्होंने सानू पुछया सी सब कुछ दस्सिया। देखो ਇਹਦੇ ਵਿੱਚ ਚਾਰ ਤਾਂ ਸਿੰਘ ਗ੍ਰਿਫਤਾਰ ਹੋ ਚੁੱਕੇ ਨੇ, ਆਪ ਹੀ ਗ੍ਰਿਫਤਾਰ ਹੋਏ ਚਾਰ ਸਿੰਘ ਜਿਹੜੇ। ਜੇ ਹੋਰ ਕਿਸੇ ਦਾ ਆਊਗਾ, ਜਿਹਦਾ ਨਾਂ ਆਊਗਾ ਉਹ ਨਾਂ ਰੱਖਦੇ ਨੇ, ਉਹ ਜਿਹੜੇ ਕਿਸੇ ਦਾ ਕੋਈ ਨਾਂ ਰੱਖਦੇ ਨੇ ਫਿਰ ਉਹ ਡਿਸੀਜਨ ਹੋਇਆ ਜਾਂ ਲਿਆ ਜਾਊਗਾ ਜੀ। तो सिंह बोलना बोलो, ਕਿਸੇ ਨੇ ਹੋਰ ਕੁਐਸਚਨ ਕੋਈ ਕਰਨਾ? ਬਾਕੀ ਜਿਹੜਾ ਸੰਘਰਸ਼ ਹੈ ਸਾਡਾ, ਵੀ ਜਿਹੜੀ ਸਾਡੀਆਂ ਟੀਮਾਂ ਪਿੰਡਾਂ 'ਚ ਜਾ ਰਹੀ ਹੈ, ਇਹ ਨਾ ਕੋਈ ਸੋਚੇ ਵੀ ਸੰਘਰਸ਼ ਵਾਲੀਆਂ ਜਾ ਰਹੀਆਂ ਨੇ। ਉਹ ਸੰਘਰਸ਼ ਤੋਂ ਬਲੈਦਾ ਬਣਾਈਆਂ ਗਈਆਂ ਟੀਮਾਂ, ਜਿਹੜੇ ਸੰਘਰਸ਼ 'ਚ ਸਿੰਘ ਸਜੇ ਹੋਏ ਆ, ਜਥੇਬੰਦੀਆਂ ਬੈਠੀ ਆਈ ਆ, ਉਹ ਸੰਘਰਸ਼ 'ਚ ਡਟ ਕੇ ਪਹਿਰਾ ਦੇਣਗੀਆਂ। ਇੱਥੋਂ ਨਹੀਂ ਸੀ ਹਿੱਲਣਾ, ਇੱਥੇ ਪੱਕਾ ਪਹਿਰਾ ਸਾਡਾ ਉਨਾ ਹੀ ਰਹੇਗਾ ਸਾਰੀਆਂ ਜਥੇਬੰਦੀਆਂ ਦਾ। ਜਿਹੜੀਆਂ ਟੀਮਾਂ ਬਣਾਈਆਂ ਗਈਆਂ ਪਿੰਡਾਂ ਵਾਸਤੇ ਜਾਂ ਗੁਰੂ ਘਰਾਂ ਵਾਸਤੇ, ਉਹ ਲਹਿਦਾ ਬਣਾ ਕੇ ਤਿਆਰ ਇੱਥੋਂ ਕਰਕੇ ਭੇਜੀਆਂ ਜਾਣਗੀਆਂ। ਤੇ ਇੱਕ ਹੋਰ ਸਰਕਾਰ ਨੂੰ ਜਾਂ ਸਾਰੇ ਅਸੀਂ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀ ਤੁਸੀਂ ਪਰਵਾਹ ਨਾ ਕਰੋ। ਜੇ ਉਹਨਾਂ ਨੇ ਆਪਦੇ ਇੱਥੇ ਮਿਲਟਰੀ ਸੱਦ ਲਈ ਹੈ, ਹੋਰ ਬਾਰਡਰਾਂ ਤੇ ਲਾਤੀ ਆ, ਤਾਂ ਅਸੀਂ ਵੀ ਆਪਦੇ ਨਿਹੰਗ ਸਿੰਘ ਫੌਜ ਬਾਰਡਰਾਂ ਦੇ ਉੱਤੇ ਵਧਾਤੀ ਆ। ਸਾਡੀਆਂ ਹੀ ਫੌਜਾਂ ਇੱਥੇ ਦਿਨ ਰਾਤ ਕਰਕੇ ਸਿੰਘੂ ਬਾਰਡਰ ਤੇ ਪਹੁੰਚ ਰਹੀਆਂ ਨੇ, ਪੂਰਾ ਡਟ ਕੇ ਪਹਿਰਾ ਦੇਵਾਂਗੇ। ਜੇ ਕੋਈ ਲਿਚੜ ਵਿਚੜੇ ਇੱਥੇ ਚੜ੍ਹ ਕੇ ਆ ਗਿਆ, ਬਖਸ਼ਣਾ ਕੋਈ ਨਹੀਂ, ਸੋਚ ਸਮਝ ਕੇ ਆਵੇ। ਅਬਲਾ ਸਰਕਾਰ ਨੂੰ ਇਹ ਚਾਹੀਦਾ ਵੀ ਐਡੀਆਂ ਐਡੀਆਂ ਘਟਨਾਵਾਂ ਹੋ ਗਈਆਂ, ਤੁਸੀਂ ਕੀ ਚਾਹੁੰਦੇ ਹੋ? ਜਿਹੜਾ ਆਵਾਮ ਆ ਭਾਰਤ ਦਾ ਤੁਹਾਡੇ, ਉਹ ਸਾਰਾ ਵਰਖਲਾਫ ਆ। ਇਕੱਲਾ ਕਿਸਾਨ ਹੀ ਨਹੀਂ, ਮਜ਼ਦੂਰ ਵੀ ਆ, ਜਿਹੜਾ ਦੁਕਾਨਦਾਰ ਵਰਗ ਆ ਉਹੀ ਆ ਸਾਰਾ, ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ, ਗਾਹਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ, ਉਹ ਤੁਹਾਡੇ ਸਾਰਾ ਵਰਖਲਾਫ ਹੈ। ਇਸ ਕਰਕੇ ਜੇ ਤੁਸੀਂ ਚੰਗੀ ਚਾਹੁੰਦੇ ਹੋ, ਇਹ ਛੇਤੀ ਤੋਂ ਛੇਤੀ ਜਿਹੜਾ ਬਿੱਲ ਨੇ ਉਹ ਰੱਦ ਕੀਤੇ ਜਾਣ। MSP ਹੈ ਜਿਹੜੀ ਉਹ ਕਿਸਾਨਾਂ ਨੂੰ ਦਿੱਤੀ ਜਾਵੇ, ਤਾਂ ਕਿ ਉਹ ਆਪਣੇ ਘਰਾਂ ਨੂੰ ਜਾਣ। ਨਹੀਂ ਤਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਚਲੇ ਗਏ, ਕੋਈ ਰਿਹਾ ਨਹੀਂ, ਤੁਸੀਂ ਵੀ ਰਹਿਣਾ ਹੈ ਨਹੀਂ। ਜੇ ਤੁਸੀਂ ਚੰਗੇ ਚਾਹੁੰਦੇ ਹੋ ਤੇ ਬਲ ਸਿਰ ਤੋਂ ਸਿੱਧੀ ਰੱਦ ਕੀਤੇ ਜਾਣ। ਰਾਜਾ ਸਿੰਘ ਜੀ, ਕੱਲ੍ਹ ਦੀ ਘਟਨਾ ਬਾਰੇ ਕੀ ਕਹਿਣਾ ਚਾਹੋਗੇ ਕਿ ਇੱਕ ਪਾਸੇ ਤੁਹਾਡਾ ਇਕੱਠ ਹੁੰਦਾ, ਦੂਜੇ ਪਾਸੇ ਲਖਬੀਰ ਦੇ ਪਰਿਵਾਰ ਵਾਲੇ ਤੇ ਹੋਰ ਕੁਝ
ਪਿੰਡ ਦੇ ਉਧਰ ਨਰੇਲਾ ਤੋਂ ਦਿੱਲੀ ਤੋਂ ਕਈ ਲੋਕ ਜਿਹੜੇ ਆਏ ਸੀਗੇ 400-500 ਲੋਕ ਦੱਸੇ ਜਾ ਰਹੇ ਸੀ, ਜਿਹੜੇ ਕਿ ਇਹ ਗੱਲ ਕਹਿੰਦੇ ਸੀ ਕਿ ਇੱਥੇ ਅੱਗੇ ਅਸੀਂ ਹਵਨ ਕਰਨਾ ਹੈਗਾ ਜਿੱਥੇ ਲਖਬੀਰ ਦਾ ਕਤਲ ਹੋਇਆ, ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ 50 ਲੱਖ ਰੁਪਏ ਦੀ ਮੰਗ ਕਰਦੇ ਅਸੀਂ ਪੰਜਾਬ ਸਰਕਾਰ ਤੋਂ ਜਿਹੜਾ ਕਿ ਲਖਬੀਰ ਦਾ ਕਤਲ ਹੋਣ ਦੀ। ਦੇਖੋ ਇਹਦੇ ਵਿੱਚ ਇੱਕ ਵੱਡੀ ਸਾਜ਼ਿਸ਼ ਹੈ। ਇਹਦੇ ਇੱਕ ਤਾਂ ਮੈਂ ਤੁਹਾਡੇ ਧਿਆਨ ਦੇ ਵਿੱਚ ਸਾਰਿਆਂ ਨੂੰ ਲਿਆਉਣਾ ਚਾਹੁੰਦਾ, ਜਿਹੜਾ ਉਹਨਾਂ ਨੇ ਮੁੱਦਾ ਉਛਾਲਿਆ ਉਹ ਦਲਿਤ ਦਾ ਉਛਾਲਿਆ ਗਿਆ ਵੀ ਉੱਥੇ ਸਿੰਘੂ ਬਾਰਡਰ ਤੇ ਦਲਿਤ ਮਾਰਿਆ ਗਿਆ। ਮੈਂ ਫਿਰ ਤੁਹਾਡੇ ਸਵਾਲ ਦਾ ਜਵਾਬ ਦਿੰਦਾ, ਜੇ ਉਹ ਦਲਿਤ ਮਾਰਿਆ ਗਿਆ, ਮਰਨ ਵਾਲਾ ਉਹਦੀ, ਮੈਂ ਕਹਿੰਦਾ ਉਹ ਕਿਸੇ ਧਰਮ ਦਾ ਨਹੀਂ, ਉਹ ਜਾਤ ਦਾ ਹੀ ਨਹੀਂ। ਜਿਹੜਾ ਬੇਅਦਬੀ ਕਰਦਾ ਉਹ ਕੋਈ ਵੀ ਧਰਮ ਜਾਤ ਦਾ ਨਹੀਂ ਹੈਗਾ, ਉਹ ਤਾਂ ਇੱਕ ਦੁਸ਼ਟ ਪਾਪੀ ਆਤਮਾ ਸੀ। ਜਿਨ੍ਹਾਂ ਨੇ ਮਾਰਿਆ ਉਹ ਕੌਣ ਨੇ, ਉਹਨਾਂ ਦੀ ਤੁਸੀਂ ਗੱਲ ਨਹੀਂ ਕਰਦੇ। ਉਹ ਵੀ ਇੱਕ ਦਲਿਤ ਪਰਿਵਾਰ ਦੇ ਵਿੱਚ ਉਹਨਾਂ ਨੇ ਹੁਣ ਨਿਹੰਗ ਸਿੰਘ ਸੱਜ ਕੇ ਰੰਗਰੇਟੇ ਗੁਰੂ ਕੇ ਬੇਟੇ ਬਣ ਗਏ, ਉਹਨਾਂ ਦੀ ਵੀ ਗੱਲ ਕਰੋ। ਉਹਨਾਂ ਦੇ ਪਰਿਵਾਰ ਨਹੀਂ 4 ਬੰਦਿਆਂ ਦੇ ਜਿਹੜੇ ਅੰਦਰ ਨੇ, ਹਜੇ ਪਤਾ ਨਹੀਂ ਪੁਲਿਸ ਹੋਰ ਫੜਨ ਨੂੰ ਫਿਰਦੀ ਆ, ਉਹਨਾਂ ਦੇ ਪਰਿਵਾਰ ਨਹੀਂ ਹੈਗੇ। ਇੱਕ ਬੰਦਾ ਤੁਸੀਂ ਦੇਖ ਲਿਆ, ਉਹਦਾ ਪਰਿਵਾਰ ਦੇਖ ਲਿਆ। ਜਿਹੜੇ ਆ 4 ਸਿੰਘ ਨੇ ਜਿਨ੍ਹਾਂ ਨੇ ਆਪ ਕਿਹਾ ਸਾਡੀ ਨਜ਼ਰ ਦੇ ਵਿੱਚ, ਅਸੀਂ ਪਹਿਲਾਂ ਕਿਹਾ ਵੀ ਉਹ ਠੀਕ ਹੋਇਆ, ਆਪ ਪੇਸ਼ ਹੋਏ ਨੇ, ਉਹਨਾਂ ਦਾ ਪਰਿਵਾਰ ਨਹੀਂ ਤੁਹਾਨੂੰ ਦਿੰਦਾ, ਕੱਲਾ ਉਹ ਪਾਪੀ ਦਾ ਪਰਿਵਾਰ ਦਿਸ ਗਿਆ। ਇੱਥੇ ਜਿਹੜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸ਼ਰਾਰਤੀ ਅਨਸਰ ਲੈ ਕੇ ਆਉਂਦੇ ਨੇ, ਇੱਥੇ ਕੋਈ ਅਸੀਂ ਹਵਨ ਨਹੀਂ ਹੋਣ ਦੇਣਾ, ਕੁਛ ਨਹੀਂ ਕਰਨਾ ਚਾਹੀਦਾ। ਉਹ ਜਿਹੜਾ ਹਵਨ ਕਰਾਉਣ ਦਾ ਕਹਿ ਰਿਹਾ ਨਾ, ਉਹਦੀ ਜਾਂਚ ਹੋਣੀ ਚਾਹੀਦੀ, ਉਹਦਾ ਹੱਥ ਹੋਊਗਾ ਵਿੱਚ ਇਸ ਘਟਨਾ ਦੇ ਵਿੱਚ, ਉਹ ਤਾਂ ਕਹਿ ਰਿਹਾ, ਉਹ ਜੁੜਿਆ ਹੋਊਗਾ ਇਸ ਨਾਲ। ਪਰ ਜੇ ਦੇਖਿਆ ਜਾਏ ਕਿ ਜਿਸ ਤਰੀਕੇ 27 ਤਰੀਕ ਨੂੰ ਨਿਹੰਗ ਸਿੰਘਾਂ ਨੇ ਤਿਥੀ ਰੱਖੀ ਸੀਗੀ, ਡੇਟ ਰੱਖੀ ਸੀਗੀ, ਉਸੇ ਦਿਨ ਹੀ ਉਹ ਉਹਨਾਂ ਵੱਲੋਂ ਜਿਹੜੇ ਕਿ ਬੰਦੇ ਲਿਆਏ ਜਾਂਦੇ ਆ, ਤਾਂ ਲੱਗਦਾ ਕਿ ਇਹ ਇੱਕੋ ਤਰੀਕ ਜਿਹੜੀ ਹੈਗੀ ਜਾਂ ਤਾਂ ਇੱਕ ਸੁਭਾਵਿਕ ਹੈਗਾ ਹੈ ਜਾਂ ਕੋਈ ਸਾਜ਼ਿਸ਼ ਹੈ। ਦੇਖੋ ਇੱਕ ਵੱਡੀ ਬਹੁਤ ਸਾਜ਼ਿਸ਼ ਸੀਗੀ। ਉਹਨਾਂ ਨੂੰ ਪਤਾ ਸੀ ਵੀ ਜੇ ਨਿਹੰਗ ਸਿੰਘ ਉਸ ਦਿਨ ਫੈਸਲਾ ਲੈਂਦੇ ਨੇ ਵੀ ਅਸੀਂ ਜਾਣਾਗਾ, ਉਹ ਸਵੇਰ ਦੇ ਇਕੱਠੇ ਹੋਏ ਸੀ, ਹੱਥ ਨੇ ਕੋਈ ਨਹੀਂ ਇਕੱਠੇ ਹੋਏ। ਉਹਦੀ ਜਾਂਚ ਹੋਣੀ ਚਾਹੀਦੀ। ਜਿਹੜੇ ਲੈ ਕੇ ਆਏ ਨੇ ਇੱਕ ਗਿਣੀ ਮਿਥੀ, ਇੱਕ ਤਾਂ ਉਹਨਾਂ ਨੂੰ ਮੋਹਰਾ ਬਣਾ ਲਿਆ ਪਰਿਵਾਰ ਨੂੰ, ਅੱਗੇ ਨਹੀਂ ਕੋਈ ਗਿਆ, ਉਹਨਾਂ ਦੀ ਪੁੱਛ ਪੜਤਾਲ ਹੋਈ। ਹੁਣ ਉਹਨਾਂ ਜਦੋਂ ਸਾਰੀਆਂ ਉਹਨਾਂ ਦੇ ਜਿਹੜੇ ਪਲਾਨ ਨੇ ਉਹ ਫੇਲ ਹੋ ਰਹੇ ਨੇ ਸਰਕਾਰ ਦੇ, ਹੁਣ ਉਹਨਾਂ ਨੂੰ ਪਰਿਵਾਰ ਨੂੰ ਮੋਹਰਾ ਬਣਾ ਰੱਖਿਆ। ਕੱਲ ਕਹਿੰਦੇ ਸੀ ਉਹਦਾ ਪਰਿਵਾਰ ਆਇਆ, ਦਿਖਾਉਣ ਕਿੱਥੇ ਆਇਆ? ਕਿਸੇ ਨੇ ਇੰਟਰਵਿਊ ਕਰੀ ਉਹਨਾਂ ਦੀ? ਕੋਈ ਪਰਿਵਾਰ ਦੇ ਵਿੱਚੋਂ ਉਹਦੇ ਘਰ ਵਾਲੇ ਦੀ ਕੌਣ ਆਇਆ ਸੀ? ਹੈ ਜੀ, ਦੇਖੋ ਮੋਹਰਾ ਵਰਤ ਲਿਆ, ਉਹ ਤਾਂ 7 ਸਾਲ ਪਹਿਲਾਂ ਹੀ ਛੱਡ ਗਏ। ਵਰਤ ਲਿਆ ਨਾ ਉਹਨਾਂ ਨੂੰ। ਜੇ ਉਹ ਆਏ ਨੇ, ਉਹਨਾਂ ਦਾ ਪਰਿਵਾਰ ਆਇਆ, ਵਰਤਿਆ ਗਿਆ ਉਹਨਾਂ ਨੂੰ। ਇੱਕ ਸਾਜ਼ਿਸ਼ ਤਹਿਤ ਇਹ ਇੱਥੇ ਲਿਆਂਦਾ ਗਿਆ ਵੀ ਅਸੀਂ ਹਵਨ ਕਰਨਾ, ਉਹ ਆਪਦੇ ਪਿੰਡ ਕਰ ਲੈਣ। ਜੇ ਕੋਈ ਹੁਣ ਮੈਨੂੰ ਐਂ ਦੱਸੋ ਵੀ ਹੁਣ ਆਪਣੇ ਫੌਜ ਦੇ ਵਿੱਚ ਕਿੰਨੇ ਸਾਡੇ ਸਿੰਘ ਸ਼ਹੀਦ ਹੋਏ ਨੇ, ਫੌਜੀ ਵੀਰ ਸ਼ਹੀਦ ਹੋਏ ਨੇ, ਉਹ ਕਿੱਥੇ ਮਰੇ ਨੇ? ਬਾਰਡਰਾਂ ਤੇ ਮਰੇ ਨੇ ਨਾ। ਉੱਥੇ ਗੋਲੀਆਂ ਨਾਲ ਉਹਨੂੰ ਸ਼ਹੀਦ ਕੀਤਾ ਗਿਆ। ਉੱਥੇ ਕਿਸੇ ਨੇ ਖੰਡ ਪਾਠ ਕਰਾਇਆ ਜਿੱਥੇ ਸ਼ਹੀਦ ਹੋਏ ਨੇ? ਕਿੱਥੇ ਹੋਏ ਨੇ? ਉਹਨਾਂ ਦੇ ਘਰਾਂ ਦੇ ਵਿੱਚ ਹੋਇਆ ਕਿ ਨਹੀਂ ਭੋਗ ਦੇ ਪ੍ਰੋਗਰਾਮ? ਜਾਂ ਕੋਈ ਹਿੰਦੂ ਮਤ ਦਾ ਮਰਦਾ ਕੋਈ ਸ਼ਹੀਦ ਹੁੰਦਾ ਬਾਰਡਰ ਦੇ ਉੱਤੇ, ਉਹ ਉੱਥੇ ਥੋੜ੍ਹਾ ਕਰਦੇ ਨੇ ਆਪਦਾ ਹਵਨ, ਉਹ ਆਪਦੇ ਘਰੇ ਕਰਦੇ ਨੇ। ਇੱਥੇ ਕਿਉਂ ਕਰਦੇ ਨੇ? ਉਹ ਉੱਥੇ ਜਾ ਕੇ ਆਪਦੇ ਘਰੇ ਜਿਹੜਾ ਕੁਝ ਕਰਨਾ ਕਰ ਲੈਣ, ਸਾਨੂੰ ਕੋਈ ਉਹ ਨਹੀਂ। ਪਰ ਇਹ ਇੱਕ ਸਾਜ਼ਿਸ਼ ਹੈ ਵੀ ਇਸ ਨਿਹੰਗ ਸਿੰਘ ਚਲੇ ਜਾਣਗੇ, ਅਸੀਂ ਫਿਰ ਬਾਅਦ 'ਚ ਹਮਲਾ ਕਰਾਂਗੇ। ਤੁਹਾਨੂੰ ਲੱਗਦਾ ਕਿ 700 ਤੋਂ ਵੱਧ ਕਿਸਾਨ ਮੋਰਚਾ ਸ਼ਹੀਦ ਹੋ ਚੁੱਕੇ, ਉਹਨਾਂ ਵਾਸਤੇ ਵੀ ਕੋਈ ਜਥੇਬੰਦੀ ਹਵਨ ਕਰਾਉਣ ਦੀ ਗੱਲ ਨਹੀਂ ਕਰਦੀ, ਪਰ ਕੱਲ ਇਹਦੇ ਵਾਸਤੇ ਹੈ। ਉਹਨਾਂ ਨੂੰ ਦਿਸਦਾ ਨਹੀਂ ਸਰਕਾਰ ਨੇ ਕਿਤੇ ਹਾਮੀ, ਕਿਸੇ ਨੇ ਸਰਕਾਰ ਨੇ ਅਫਸੋਸ ਕੀਤਾ ਜਿਹੜੇ 700-800 ਸਿੰਘ ਆਪਣੇ ਇੱਥੇ ਕਿਸਾਨ ਸ਼ਹੀਦ ਹੋ ਗਏ। ਹੁਣ ਇੱਕ ਤਾਜ਼ੀ ਘਟਨਾ ਹੋਈ ਆ, ਕੱਲ ਦਰੜ ਕੇ ਮਾਰਿਆ ਗਿਆ, ਉਹਦੀ ਵੀ ਜਾਂਚ ਹੋਣੀ ਚਾਹੀਦੀ। ਜਿਹੜੇ ਉੱਥੇ ਚਸ਼ਮਦੀਦ ਗਵਾਹ ਨੇ ਉਹ ਦੱਸ ਰਹੇ ਨੇ ਜਿਹੜੀਆਂ ਬੀਬੀਆਂ ਫੱਟੜ ਹੋਈਆਂ ਨੇ, ਜਾਣ ਬੁੱਝ ਕੇ ਕੰਮ ਮਾਰਿਆ ਗਿਆ। ਪਹਿਲਾਂ ਕਿਸਾਨ ਦਰੜ ਕੇ ਮਾਰਤੇ, ਹੁਣ ਬੀਬੀਆਂ ਦਰੜ ਕੇ ਕਿਸਾਨ ਮਾਰਤੀਆਂ। ਉਹਨਾਂ ਦਾ ਕੋਈ ਬਾਲੀ ਵਾਰਸ ਨਹੀਂ, ਉਹਨਾਂ ਬਾਰੇ ਨਹੀਂ ਇਹ ਲੋਕ ਬੋਲਦੇ। ਉਹਨਾਂ ਬਾਰੇ ਨਹੀਂ ਯਾਦ ਆਉਂਦਾ ਵੀ ਇਹਨਾਂ ਦਾ ਵੀ ਅਖੰਡ ਪਾਠ ਸਾਹਿਬ ਕਰਾ ਦਈਏ, ਇਹਨਾਂ ਦਾ ਵੀ ਹਵਨ ਕਰਾ। ਜਿਹੜੇ ਪਹਿਲਾਂ ਇੱਥੇ ਮਰ ਗਏ ਉਦੋਂ ਕਿਉਂ ਨਹੀਂ ਉਹ ਲੋਕ ਆਏ? ਹੁਣ ਇਹਨੂੰ ਇੱਕ ਤੂਲ ਦਿੱਤਾ ਜਾ ਰਿਹਾ। ਇਸ ਕਰਕੇ ਉਹਨਾਂ ਨੂੰ ਮੈਂ ਸਾਵਧਾਨ ਕਰਨਾ ਚਾਹੁੰਦਾ, ਕਿਤੇ ਭਰਮ ਭੁਲੇਖਾ ਮਤ ਪਾਲ ਲਿਓ ਵੀ ਅਸੀਂ ਕਿਸਾਨਾਂ ਤੱਕ ਪਹੁੰਚ ਕਰ ਦਾਂਗੇ। ਪਹਿਲਾਂ ਨਿਹੰਗ ਸਿੰਘ ਪੈਰਾਮਿਲਟਰੀ ਬੈਠੀ ਆ, ਇਹਨਾਂ ਨਾਲ ਤੁਹਾਨੂੰ ਨਿਬੜਨਾ ਫਿਰੇਗਾ, ਫਿਰ ਕਿਸਾਨਾਂ ਤੱਕ ਆਉਂਗੇ। ਨਹੀਂ, ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਉਧਰ ਹੀ ਮੋੜ ਦਿਆ ਕਰੋ। ਇਹ ਜਿਹੜੇ ਖੱਲਲ ਪਾਉਂਦੇ ਨੇ, ਜਿਹੜੇ ਮੋਰਚੇ ਨੂੰ ਖਰਾਬ ਕਰਨ ਵਾਸਤੇ ਸਰਦਾਰਤੀ ਅਨਸਰ ਨੇ, ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ। ਸਿੰਘ ਸਾਹਿਬ, ਜਿਹੜੇ ਵਿਜੇ ਸਾਂਪਲਾ ਨੇ ਸਾਬਕਾ ਭਾਜਪਾ ਦੇ ਪੰਜਾਬ ਦੇ ਵਿੱਚ ਮੁਖੀ ਸੀਗਾ, ਉਹਨਾਂ ਨੇ ਜੋ ਅਨੁਸੂਚਿਤ ਜਨਜਾਤੀ ਦੇ ਉਹ ਮੰਤਰੀ ਵੀ ਨੇ, ਉਹਨਾਂ ਨੇ ਕਿਹਾ ਕਿ ਅਸੀਂ ਅਨੁਸੂਚਿਤ ਜਨਜਾਤੀ ਮੰਤਰਾਲੇ ਦੇ ਤਹਿਤ ਪਰਿਵਾਰ ਨੂੰ ਮੁਆਵਜ਼ੇ ਦੀ ਜਿਹੜੀ ਹੈਗੀ ਆਪਾਂ ਪੇਸ਼ਕਸ਼ ਕੀਤੀ ਹੈ ਕਿ ਸਾਡੇ ਵੱਲੋਂ ਮੰਤਰਾਲੇ ਵੱਲੋਂ ਵੀ ਉਹਨਾਂ ਨੂੰ ਦਿੱਤਾ ਜਾਏਗਾ। ਤਾਂ ਲੱਗਦਾ ਕਿ ਭਾਜਪਾ ਦੇ ਆਗੂ ਪਰਿਵਾਰ ਦੇ ਨਾਲ ਕਾਫੀ ਮੋਹਤਾ ਇਸ ਗੱਲ ਦੀ ਕਰਦੇ। ਇਹ ਬੇਅਦਬੀਆਂ ਭਾਜਪਾ ਵਾਲੇ ਕਰਾਉਂਦੇ ਆ। ਚਲੋ ਜਿਹੜੀ ਪਿੱਛੇ ਬੇਅਦਬੀ ਹੋਈ ਆ, ਜਿਹੜੀ ਇਹਦੇ ਪਿੱਛੇ ਹੱਥ ਉਹਨਾਂ ਦਾ ਸੀ, ਫਿਰ ਉਹ ਆਪਦੇ ਬੰਦੇ ਦੀ ਇਹ ਤਾਂ ਕਰਨਗੇ ਨਹੀਂ। ਇੱਕ ਮਿੰਟ, ਜਿਹੜਾ ਉਹ ਅਨੁਸੂਚਿਤ ਜਾਤੀ ਦਾ ਕਹਿੰਦੇ ਨੇ ਮਾਮਲਾ, ਇੱਕ ਤਾਂ ਪਰਿਵਾਰ ਨੂੰ ਜਿਹੜੇ ਜਿਨ੍ਹਾਂ ਨੇ ਮਾਰਿਆ ਉਹ ਵੀ ਅਨੁਸੂਚਿਤ ਜਾਤੀ ਦੇ ਨੇ, ਉਹ ਕਿੱਥੇ ਸਾਫ ਲਾ?
ਉਹਨਾਂ ਬਾਰੇ ਕਿਉਂ ਨਹੀਂ ਬੋਲਦਾ? ਉਹਦੇ ਮੂੰਹ 'ਚ ਘੁੰਗਣੀਆਂ ਪੈਂਦੀਆਂ ਨੇ। ਜਿਹੜਾ 700 ਮਰ ਗਿਆ ਉਹਨਾਂ ਦਾ ਵੀ ਹਿਸਾਬ ਦੇਵੇ। ਨਹੀਂ ਬਾਬਾ ਜੀ, ਇਹਨਾਂ ਨੇ ਗੱਲ ਅਨੁਸੂਚਿਤ ਜਾਤੀ ਦੀ ਕੀਤੀ ਆ। ਜਿਹੜੇ 4 ਸਿੰਘਾਂ ਨੇ ਮਾਰੇ ਨੇ, ਕੰਨ ਖੋਲ ਕੇ ਸੁਣ ਲਾ ਸਾਪਲੇ, ਉਹ ਵੀ ਅਨੁਸੂਚਿਤ ਜਾਤੀ ਦੇ ਨੇ, ਉਹ ਵੀ ਨਗਰੇਟੇ ਨੇ। ਉਹਨਾਂ ਦਾ ਮੁਆਵਜ਼ਾ ਕੌਣ ਦੇਊਗਾ? ਉਹਨਾਂ ਦੇ ਪਰਿਵਾਰਾਂ ਨੂੰ ਕੌਣ ਸਾਂਭੂਗਾ? ਜੇ ਉਹ ਅਨੁਸੂਚਿਤ ਜਾਤੀ ਦਾ ਤਾਂ ਉਹ ਵੀ ਅਨੁਸੂਚਿਤ ਜਾਤੀ ਨੇ। ਇੱਥੇ ਜਾਤਾਂ ਦੀ ਕੋਈ ਗੱਲ ਨਹੀਂ। ਤੁਸੀਂ ਨਾ ਮੋਰਚੇ ਨੂੰ ਖਰਾਬ ਕਰੋ, ਆਪਦੇ ਮੂੰਹ ਬੰਦ ਕਰੋ। ਇੱਥੇ ਧਰਮ ਦੀ ਗੱਲ ਆ। ਓਵਰਆਲ ਜੇ ਦੇਖਿਆ ਜਾਵੇ, ਜਿੱਥੇ 2015 ਤੋਂ ਸਿੱਖ ਸੰਗਤਾਂ ਬੇਅਦਬੀਆਂ ਦੇ ਇਨਸਾਫ ਦੀ ਗੱਲ ਕਰਦੀ ਹੈ, ਦੋਸ਼ੀ ਨੂੰ ਸਜ਼ਾ ਦਿੰਦੀ, ਪਰ ਇੱਥੇ ਜੇ ਕੋਈ ਦੋਸ਼ੀ ਫੜਿਆ ਗਿਆ, ਉਹਨੂੰ ਸੋਧਾ ਲਾਇਆ ਗਿਆ ਤਾਂ ਉਹਨੂੰ ਕਾਫੀ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ? ਦੇਖੋ, ਇਹ ਸਾਰੇ ਤੁਹਾਨੂੰ ਕਿਹਾ ਮੋਰਚੇ ਨੂੰ ਬਦਨਾਮ, ਕਦੇ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਬਦਨਾਮ, ਕਦੇ ਨਿਹੰਗ ਸਿੰਘਾਂ ਨੂੰ ਬਦਨਾਮ, ਕਦੇ ਇੱਥੋਂ ਦੇ ਕਿਸਾਨ ਜਿਹੜੇ ਉਹਨਾਂ ਨੂੰ ਬਦਨਾਮ, ਕਦੇ ਕਿਸਾਨਾਂ ਨੂੰ ਗੱਡੀ ਥੱਲੇ ਦਲੜ ਕੇ ਮਾਰਤਾ। ਅੱਜ ਸਾਡੀਆਂ ਬੀਬੀਆਂ ਨੂੰ ਗੱਲੜ ਕੇ ਜਾਣ ਕੇ ਮਾਰਿਆ ਜਾ। ਇਹਨਾਂ ਦੀਆਂ ਜਾਂਚਾਂ ਕਰਾਉਣੀਆਂ ਚਾਹੀਦੀਆਂ ਨੇ। ਜੇ ਇਹਨਾਂ ਨੂੰ ਐਂ ਲੱਗਦਾ ਵੀ ਇਹ ਸਾਰੇ ਅੱਤਵਾਦੀ ਨੇ, ਫਿਰ ਸਾਨੂੰ ਐਂ ਕਰੋ ਵੀ ਸਾਨੂੰ ਇਹ ਦੇਸ਼ ਤੋਂ ਅਲੱਗ ਕਰ ਦਿਓ। ਸਾਨੂੰ ਦੱਸਣ ਵੀ ਅਸੀਂ ਕਿਹੜੇ ਦੇਸ਼ ਦੇ ਵਾਸੀ ਆ, ਸਰਕਾਰ ਦੱਸੇ। ਪਰ ਅਸੀਂ ਹੈ ਭਾਰਤੀ ਆ। ਜੇ ਸਰਕਾਰ ਸਾਨੂੰ ਨਹੀਂ ਰੱਖਣਾ ਚਾਹੁੰਦੀ, ਉਹ ਸਾਨੂੰ ਦੱਸੇ ਵੀ ਸਾਡਾ ਕਿਹੜਾ ਦੇਸ਼ ਆ, ਸਾਨੂੰ ਉਹ ਸਾਡਾ ਹਿੱਸਾ ਮਿਲਣਾ ਚਾਹੀਦਾ। ਅੱਜ ਕੇ ਜਕਾਰੇ ਕੇ ਜਾਵੇ, ਸ਼ਹੀਦਾਂ ਸਿੰਘਾਂ ਨੂੰ ਭਾਵੇਂ ਨਿਹਾਲੋ ਜਾਵੇ। राजा राज सिंह जी, आज प्रेस कॉन्फ्रेंस की गई है। कल एक बड़ी अहम मीटिंग थी, वो निहंग जथेदारों ने बुलाई थी। अब क्या आप रणनीति बना रहे? क्योंकि देश विदेश से मेल के माध्यम से यहाँ पर भी मीटिंग में आपके यहाँ रुकने और ना रुकने का विचार है, वो रखे गए थे। अब क्या विचार, क्या आपने फैसला लिया है? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਅੱਜ ਦੀ ਏਜੰਡਾ ਸੀ ਵੀ ਨਿਹੰਗ ਸਿੰਘ ਇੱਥੋਂ ਚਲੇ ਜਾਣ ਜਾਂ ਇੱਥੇ ਰੁਕਣ, ਇਹ ਅੱਜ ਦੀ ਕਾਨਫਰੰਸ ਦਾ ਵਿਸ਼ਾ ਹੈ। ਜਿਹੜਾ ਬੇਅਦਬੀਆਂ ਦਾ ਉਹ ਕੱਲ੍ਹ ਆਪ ਜੀ ਨੂੰ ਦੱਸਿਆ ਗਿਆ, ਉਹਦੇ ਬਾਰੇ ਵਿਚਾਰ ਕਰਦਾ ਹਾਂ ਦੁਬਾਰਾ ਫੇਰ ਰਿਪੀਟ। ਅਤੇ ਇੱਥੇ ਰੁਕਣ ਬਾਰੇ ਦੇਖੋ, ਪਹਿਲਾਂ ਵੀ ਅਸੀਂ ਦੱਸੇ ਵੀ ਜਿਹੜੇ ਸਾਰੇ ਲੀਡਰ ਨਹੀਂ ਸੰਯੁਕਤ ਮੋਰਚੇ ਦੇ, 2-4 ਲੀਡਰ ਨੇ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਵੀ ਨਿਹੰਗ ਸਿੰਘ ਚਲੇ ਜਾਣ। ਨਾ ਤਾਂ ਅਸੀਂ ਕਿਸੇ ਲੀਡਰ ਦੇ ਕਹੇ 'ਤੇ ਆਏ ਹਾਂ, ਅਤੇ ਨਾ ਹੀ ਅਸੀਂ ਕਿਸੇ ਲੀਡਰ ਦੇ ਬਿਆਨ ਦੇਣ 'ਤੇ ਵੀ ਚਲੇ ਜਾਣ ਨਾ ਜਾਣਾ। ਅਸੀਂ ਕਿਸਾਨਾਂ ਕਰਕੇ ਆਏ ਹਾਂ, ਅਸੀਂ ਮਜ਼ਦੂਰਾਂ ਕਰਕੇ ਆਏ ਹਾਂ। ਅਤੇ ਜਿਹੜੀ ਸੰਗਤ ਹੈ ਜਿਨ੍ਹਾਂ ਨੇ ਸਾਨੂੰ ਉਸ ਵੇਲੇ 26 ਨਵੰਬਰ ਨੂੰ ਇਹ ਜਿਹੜਾ ਮੋਰਚਾ ਸੀ ਉਰੇ ਲੱਗਿਆ ਸੀ, ਅਸੀਂ 28 ਨਵੰਬਰ ਨੂੰ ਇੱਥੇ ਪਹੁੰਚ ਗਏ ਸੀ। ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਨੈਣ ਸਿੰਘ ਤੇ ਦਾਸ, ਇੱਥੇ ਅਸੀਂ ਪਹੁੰਚ ਗਏ ਇਤਨੇ ਜੈਸੇ ਬੰਦੇ। ਉਸ ਤੋਂ ਬਾਅਦ 1-2 ਤਰੀਕ ਨੂੰ ਫਿਰ ਬੁੱਢਾ ਦਲ ਵੀ ਆ ਗਿਆ। ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ, ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਅਰਬਾਂ ਖਰਮਾ, ਸਿੰਘ ਸਾਹਿਬ ਬਾਬਾ ਆਪਣੇ ਗੁਰਸੇਵਕ ਸਿੰਘ ਜੀ, ਸਿੰਘ ਸਾਹਿਬ ਬਾਬਾ ਧੀਰਾ ਸਿੰਘ ਜੀ, ਸਿੰਘ ਸਾਹਿਬ ਬਾਬਾ ਮਾਨ ਸਿੰਘ ਮੜੀਆਂ ਵਾਲੇ, ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ। ਇਹ ਬਾਅਦ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ 1, 2, 3, 4 ਤਰੀਕ ਨੂੰ ਬਾਕੀ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚ ਗਈਆਂ ਸੀ। ਉਸ ਵੇਲੇ 26 ਜਨਵਰੀ ਨੂੰ ਜਦੋਂ ਇਹ ਮੋਰਚਾ ਲੱਗਿਆ, ਫਿਰ ਉਦੋਂ ਸੰਗਤਾਂ ਨੇ ਵੀ ਕਿਹਾ ਜੀ ਇੱਥੇ ਘੋੜਿਆਂ ਦੀਆਂ ਫੌਜਾਂ ਚਾਹੀਦੀਆਂ ਨੇ, ਆਈਆਂ। ਅਤੇ ਇੱਥੇ ਪੂਰਾ ਡਟ ਕੇ ਦੇਖੋ, ਅਸੀਂ ਨਾ ਤਾਂ ਕਿਸਾਨ ਸੰਯੁਕਤ ਜਿਹੜਾ ਮੋਰਚਾ ਜਿਹੜੀ ਬਿੱਲ ਰੱਦ ਕਰਾਉਣੇ ਆ ਜਾਂ ਗੱਲਬਾਤ ਸਰਕਾਰ ਨਾਲ ਕਰਨੀ ਹੈ, ਉਹ ਕਿਸਾਨ ਮੋਰਚੇ ਦਾ ਹੱਕ ਹੈ, ਉਹ ਕਰ ਸਕਦਾ। ਅਸੀਂ ਉੱਥੇ ਜਾ ਕੇ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਾ ਕੀਤੀ ਆ, ਨਾ ਗੱਲਬਾਤ ਕਰਨੀ ਹੈ। ਕਿਸਾਨ ਆਗੂ ਸਰਕਾਰ ਦੇ ਨਾਲ ਮੀਟਿੰਗ ਕਰਨ, ਬਿੱਲ ਰੱਦ ਕਰਾਉਣ ਦੀ ਗੱਲ ਕਰਨ, ਬਿੱਲਾਂ ਦੇ ਵਿੱਚ ਸੋਧ ਗੱਲ ਕਰਨ ਦੀ ਗੱਲ ਕਰਨ, ਬਿੱਲਾਂ ਦੇ ਜਿਹੜੀ MSP ਜਿਹੜੀ ਲਾਗੂ ਕਰਨੀ ਹੈ ਉਹਦੀ ਗੱਲ ਕਰਨ। ਇਹ ਕਿਸਾਨ ਆਗੂਆਂ ਦਾ ਫਰਜ਼ ਹੈ। ਸਾਡਾ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ। ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ, ਗੁਰੂ ਕੀ ਲਾਡਲੀ ਫੌਜ ਹੈ, ਦਲ ਪੰਥ ਨੇ, ਸਾਡਾ ਕੰਮ ਹੈ ਇੱਥੇ ਜਿਹੜਾ ਕਿਸਾਨ ਮੋਰਚਾ ਉਹਦੀ ਰਖਵਾਲੀ ਕਰਨਾ। ਕਿਸਾਨਾਂ ਦੇ ਸਿਰ 'ਤੇ ਢਾਲ ਬਣ ਕੇ ਵਹਿ ਗਏ ਆ। ਤੁਹਾਨੂੰ ਸਾਰਾ ਹੀ ਪਤਾ ਵੀ 28 ਤੇ 29 ਜਨਵਰੀ ਨੂੰ ਇੱਥੇ ਜਦੋਂ RSS ਦੇ ਗੁੰਡੇ ਚੜ੍ਹ ਕੇ ਫਿਰ ਨਿਹੰਗ ਸਿੰਘ ਫੌਜਾਂ ਨੇ ਪੂਰਾ ਉਹਦੇ ਨਾਲ ਡਟ ਕੇ ਮੁਕਾਬਲਾ ਕੀਤਾ। ਉਸ ਤੋਂ ਬਾਅਦ ਮੁੜ ਉਹਨਾਂ ਨੇ ਕਿਸਾਨਾਂ ਵੱਲ ਮੂੰਹ ਨਹੀਂ ਕੀਤਾ। ਨਿਹੰਗ ਸਿੰਘ ਆਜ਼ਾਦੀ ਡਟੇ ਹੋਏ ਨੇ। ਅਤੇ ਹੁਣ ਕੁਛ ਲੀਡਰਾਂ ਨੇ ਕਹਿਤਾ ਸੀਗਾ ਵੀ ਇੱਥੋਂ ਚਲੇ ਜਾਣ, ਉਹਦੀ ਬਦੌਲਤ ਫਿਰ ਅਸੀਂ ਨੇ 27 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ, ਕੱਲ੍ਹ ਸਾਰਿਆਂ ਦੇ ਸੁਝਾਅ ਮੰਗੇ ਸੀਗੇ। ਸਾਨੂੰ ਜਿਹੜੀਆਂ ਸੁਝਾਅ ਆ ਗਏ ਨੇ, ਜਿਸ ਤਰ੍ਹਾਂ ਪੂਰੇ ਹੁਣ ਕਿਸਾਨ ਜਿਹੜਾ ਮੋਰਚਾ ਉਹਦੇ ਵਿੱਚੋਂ ਵੀ ਸਾਡੇ ਨਾਲ ਹੈ ਨਾ ਆਗੂਆਂ ਨੇ ਮੀਟਿੰਗ ਕੀਤੀ ਆ। ਸਿੰਘ ਸਾਹਿਬ ਜਸਵੀਰ ਸਿੰਘ ਰੋਡੇ, ਜਥੇਦਾਰ ਸਵਰਨਜੀਤ ਸਿੰਘ,
ਉਹਨਾਂ ਦੇ ਨਾਲ ਜਿਹੜੇ ਕਿਸਾਨ ਆਗੂ ਆਏ ਸੀ ਸਰਜੀਤ ਸਿੰਘ ਫੂਲ ਆ ਉਹਨਾਂ ਦਾ ਫੂਲ ਤੇ ਬਲਵੰਤ ਸਿੰਘ ਬਹਿਰਾਮ ਕੀ ਉਹਨਾਂ ਦਾ ਉਹ ਇੱਕ ਹੋਰ ਸੀਗਾ ਲੀਡਰ, ਮੈਨੂੰ ਨਾਂ ਨਹੀਂ ਜਾਣਦਾ, 4 ਜਣੇ ਤੇ 4 ਜਣੇ ਉਹ ਆਏ ਸੀ ਉਧਰੋਂ ਮੋਰਚੇ ਦੇ ਜਿਹੜੇ ਸੰਯੁਕਤ ਮੋਰਚੇ ਤਰਫੋਂ। ਤੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਹਾਜ਼ਰ ਸੀ, ਬਾਬਾ ਬਲਵਿੰਦਰ ਸਿੰਘ ਜੀ ਹਾਜ਼ਰ ਸੀ ਮੋਇਆਂ ਦੀ ਮੰਡੀ ਵੇਲੇ। ਉੱਥੇ ਫਿਰ ਸਾਡਾ ਜੋ ਹੈ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਵੀ ਕਹਿਤਾ ਵੀ ਸਾਨੂੰ ਤੁਹਾਡੇ ਤੱਕ ਕੋਈ ਪ੍ਰੋਬਲਮ ਨਹੀਂ, ਤੁਸੀਂ ਇੱਥੇ ਬੈਠੇ ਰਹੋ, ਜਿਹੜੀਆਂ ਕੋਈ ਇੱਕ ਦੂਜੇ ਪ੍ਰਤੀ ਹੈ ਨਾ ਗਿਲੇ ਸ਼ਿਕਵੇ ਨੂੰ ਆਪਾਂ ਬੈਠ ਕੇ ਕੱਢ ਲਾਂਗੇ। ਉਹਦੇ ਵਿੱਚ ਇਹ ਵੀ ਮਤਾ ਪਾਸ ਹੋਇਆ ਵੀ ਨਿਹੰਗ ਸਿੰਘਾਂ ਦੀ ਤਰਫੋਂ 3 ਨਿਹੰਗ ਸਿੰਘਾਂ ਦੀ ਤਰਫੋਂ ਜਿਹੜੇ ਨੁਮਾਇੰਦੇ ਲਏ ਜਾਣਗੇ, 3 ਜਿਹੜਾ ਸੰਯੁਕਤ ਮੋਰਚਾ ਜਾਂ 32 ਜਥੇਬੰਦੀਆਂ ਉਹਨਾਂ ਵਿੱਚੋਂ 3 ਨੁਮਾਇੰਦੇ ਉਹਨਾਂ ਵਿੱਚੋਂ ਲਏ ਜਾਣਗੇ। 6 ਮੈਂਬਰੀ ਕਮੇਟੀ ਬਣੂਗੀ। ਜਦੋਂ ਵੀ ਕੋਈ ਗੱਲਬਾਤ ਨਿਹੰਗ ਸਿੰਘਾਂ ਦੀ ਤਰਫੋਂ ਹੁੰਦੀ ਆ ਜਾਂ ਉਹਨਾਂ ਨੂੰ ਕੋਈ ਸ਼ਿਕਾਇਤ ਆਉਂਦੀ ਆ ਮੋਰਚੇ ਵਾਲਿਆਂ ਨੂੰ, ਉਹਦੇ ਵਿੱਚ ਬੈਠ ਕੇ ਫਿਰ ਆਪਸ ਵਿੱਚ ਡਿਸਕਸ ਹੋਊਗੀ ਵੀ ਆਹ ਪ੍ਰੋਬਲਮ ਆ, ਜਾਂ ਸਾਨੂੰ ਕੋਈ ਉਹਨਾਂ ਨੇ ਕੋਈ ਪ੍ਰੋਗਰਾਮ ਕਰਨਾ ਉਹ ਸਾਨੂੰ ਦੱਸਣਾ, ਆਪਦਾ ਸਲਾਹ ਮਸ਼ਵਰਾ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਵੀ ਸਾਡਾ ਜਿਹੜੀ ਤੁਸੀਂ ਮੀਟਿੰਗ ਕਰ ਰਹੇ ਹੋ ਉਹਦੇ ਏਜੰਡੇ ਦੇ ਵਿੱਚ ਸਾਡਾ ਸਲਾਹ ਮਸ਼ਵਰਾ ਆ, ਇਹ ਇਸ ਤਰ੍ਹਾਂ ਕਰਕੇ ਸਾਡੀ ਸਲਾਹ ਉਹ ਸਾਰੀਆਂ ਗੱਲਾਂ ਬਾਤਾਂ ਜਾਣੀ ਹੋ ਗਈਆਂ। ਉਹਨਾਂ ਨੇ ਵੀ ਹਾਮੀ ਭਰ ਦਿੱਤੀ ਆ। ਕੁਛ ਲੀਡਰ ਹੁੰਦੇ ਨੇ, ਸਾਰੇ ਨਹੀਂ, ਜਿਹੜੇ ਇੱਕੋ ਦੁੱਕੀ ਲੱਲੀ ਸੱਲੀ ਇਹਨਾਂ ਨੂੰ ਕੁਛ ਨਹੀਂ ਸਮਝਦੇ। ਅਸੀਂ ਸਾਰੇ ਲੀਡਰਾਂ ਦਾ ਇਹ ਮਤਾ ਨਹੀਂ ਹੈ ਵੀ ਇੱਥੋਂ ਚਲੇ ਜਾਣ। ਉਹ ਸਾਡੇ ਨਾਲ ਸਾਰੇ ਲੀਡਰ ਜਿਹੜੇ ਸੰਯੁਕਤ ਮੋਰਚੇ ਦੇ ਸਹਿਮਤ ਨੇ, ਅਸੀਂ ਉਹਨਾਂ ਨਾਲ ਸਹਿਮਤ ਹਾਂ। ਸਾਡੀ ਲੀਡਰਾਂ ਦੇ ਨਾਲ ਸੰਯੁਕਤ ਮੋਰਚੇ ਨਾਲ ਲੜਾਈ ਨਹੀਂ, ਸਾਡੀ ਸੈਂਟਰ ਸਰਕਾਰ ਦੇ ਨਾਲ ਹੈ। ਪਰ ਸਮੇਂ-ਸਮੇਂ 'ਤੇ ਕੁਝ ਸ਼ਰਾਰਤੀ ਅੰਸਰ ਸਾਡੇ ਦੇ ਵਿੱਚ ਵੀ ਨੇ, ਅਸੀਂ ਵੀ ਕਹਿੰਦੇ ਵੀ ਸਾਡੇ ਵਿੱਚ ਵੀ ਵੜ ਜਾਂਦੇ ਨੇ, ਉਹਨਾਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਇਸ ਮੋਰਚੇ ਨੂੰ ਖਤਮ ਕਰਾਉਣਾ ਚਾਹੁੰਦੇ ਨੇ, ਤਾਰ ਪੀੜ ਕਰਾਉਣਾ ਚਾਹੁੰਦੇ ਨੇ। ਅਸੀਂ ਸਮਝ ਚੁੱਕੇ ਹਾਂ, ਸੰਯੁਕਤ ਮੋਰਚੇ ਦੇ ਆਗੂ ਵੀ ਇਸ ਗੱਲ ਨੂੰ ਸਮਝ ਗਏ ਆ। ਇਸ ਕਰਕੇ ਸਾਨੂੰ ਜੋ ਸਮਰਥਨ ਬਾਹਰੋਂ ਆਇਆ, ਪਹਿਲਾਂ ਤਾਂ ਇੱਥੋਂ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ, ਤੇ ਦੂਸਰੇ ਨੰਬਰ 'ਤੇ ਸਾਨੂੰ ਜਿਹੜਾ ਸਮਰਥਨ ਆਇਆ ਪੰਥਕ ਜਥੇਬੰਦੀਆਂ ਵੱਲੋਂ, ਸਾਰਿਆਂ ਵੱਲੋਂ ਸਾਨੂੰ ਸਮਰਥਨ ਆਇਆ ਵਾ। ਤੇ ਤੀਸਰਾ ਨੰਬਰ 'ਤੇ ਜਿਹੜੀ ਪੂਰੀ ਭਾਰਤ ਦੀ ਹੈ ਨਾ ਜਨਤਾ ਸਾਰੀ, ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਵਾ। ਤੇ ਜਿਹੜੀਆਂ ਬਾਹਰਲੀਆਂ ਕੰਟਰੀਆਂ ਨੇ, ਮੈਂ ਤੁਹਾਨੂੰ ਸਾਰਾ ਦਿਖਾਉਣਾ ਚਾਹੁੰਦਾ ਵਾਂ। ਆ ਜਿਹੜਾ ਹੈ ਪੁਰਤਗਾਲ ਦੀ ਜਿਹੜੀ ਸੰਗਤ ਆ, ਉਹਨਾਂ ਨੇ ਮਤਾ ਭੇਜਿਆ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਵੀ ਇੱਥੇ ਨਿਹੰਗ ਸਿੰਘ ਫੌਜਾਂ ਡਟੀਆਂ ਰਹਿਣ। ਤੇ ਆ ਆਸਟ੍ਰੇਲੀਆ ਦੀ ਸੰਗਤ ਵੱਲੋਂ, ਤੇ ਇੱਕ ਅਮਰੀਕਾ ਦੀ ਸੰਗਤ ਵੱਲੋਂ ਆਇਆ, ਇੱਕ ਯੂਰਪ ਦੀ ਸੰਗਤ ਵੱਲੋਂ ਆਇਆ, ਆਸਟ੍ਰੇਲੀਆ ਦੀ ਸੰਗਤ ਵੱਲੋਂ ਆਇਆ, ਕੈਲੀਫੋਰਨੀਆ ਸੰਗਤ ਵੱਲੋਂ ਆਇਆ, ਇੰਗਲੈਂਡ ਦੀ ਸੰਗਤ ਵੱਲੋਂ। ਇਹ ਜਿਹੜੇ ਮਤੇ ਪਾ ਕੇ ਸਾਨੂੰ ਸਾਰੇ ਵਰਲਡ ਦੀਆਂ ਸੰਗਤਾਂ ਨੇ, ਜਿੱਥੇ ਜਿੱਥੇ ਗੁਰੂ ਨਾਨਕ ਲੇਵਾ ਸੰਗਤਾਂ ਵੱਸਦੀਆਂ ਨੇ, ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਸਾਰਿਆਂ ਨੇ ਸਾਨੂੰ ਮਤੇ ਪਾ ਕੇ ਭੇਜ ਦਿੱਤੇ। ਜਿੱਥੇ ਉੱਥੇ ਬਾਹਰੇ, ਕਿਉਂਕਿ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੇ ਉੱਥੇ ਕਿਸਾਨ ਭਰਾ ਬੈਠੇ ਨੇ, ਮਜ਼ਦੂਰ ਭਰਾ ਬੈਠੇ ਨੇ, ਉਹਨਾਂ ਨੂੰ ਇਸ ਮੋਰਚੇ ਦਾ ਸਭ ਤੋਂ ਵੱਧ ਫਿਕਰ ਆ ਵੀ ਇਹ ਮੋਰਚਾ ਜਿੱਤਿਆ ਜਾਵੇ। ਇਹ ਜਿਹੜਾ ਹੈ ਮੋਰਚਾ, ਜਿਹੜੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥ ਖੰਡੇ ਵਰਤ ਰਹੀ ਹੈ, ਜਿਹੜੀ ਸਿੰਘੂ ਬਾਰਡਰ 'ਤੇ ਉਹ ਬੇਅਦਬੀ ਵਾਲੀ ਘਟਨਾ ਘਟੀ, ਇਹਦੇ ਵਿੱਚ ਵੀ ਇੱਕ ਵੱਡੀ ਸਾਜ਼ਿਸ਼ ਹੈ। ਅਸੀਂ ਕਹਿੰਦੇ ਹਾਂ ਵੀ ਦੇਖੋ ਬੇਅਦਬੀ ਹੋਈ ਆ ਤਾਂ ਨਿਹੰਗ ਸਿੰਘਾਂ ਨੇ ਐਡਾ ਡਿਸੀਜਨ ਲਿਆ, ਉਹ ਦੁਸ਼ਟ ਨੂੰ ਸੋਧਿਆ, ਫਿਰ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਨਾ। ਜੇ ਆਗੂ ਕਹਿਣ ਵੀ ਇਹ ਮੋਰਚਾ ਖਰਾਬ ਕਰਕੇ, ਤਾਂ ਖਰਾਬ ਤਾਂ ਹੁੰਦਾ ਜੇ ਅਸੀਂ ਨਿਹੰਗ ਸਿੰਘ ਜਿਹੜੇ ਸੀਗੇ ਉਹਨੂੰ ਮਾਰ ਕੇ ਭੱਜ ਜਾਂਦੇ। ਜੇ ਉਹਨਾਂ ਦੀ ਨਜ਼ਰ ਦੇ ਵਿੱਚ ਜਿਹੜਾ ਸਰਕਾਰ ਦੀ ਨਜ਼ਰ ਦੇ ਵਿੱਚ ਜੋ ਹੋਇਆ ਗਲਤ ਹੋਇਆ, ਅਸੀਂ ਗ੍ਰਿਫਤਾਰ ਨਹੀਂ ਦਿੱਤੀਆਂ, ਪਰ ਸਾਡੀ ਪੰਥ ਦੀ ਨਜ਼ਰ ਦੇ ਵਿੱਚ ਜੋ ਅਸੀਂ ਕੀਤਾ ਉਹ ਠੀਕ ਕੀਤਾ। ਇਸ ਕਰਕੇ ਅਸੀਂ ਪੂਰੇ ਜ਼ਾਬਤੇ ਦੇ ਵਿੱਚ ਰਹਿ ਕੇ ਮੋਰਚੇ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲਿਜਾਣਾ, ਨਾ ਕਿ ਅਸੀਂ ਇਹਨੂੰ ਤਾਰੋ ਪੀੜ ਕਰਨ ਦੀ ਸਾਜ਼ਿਸ਼ ਜਾਂ ਕੋਈ ਐਸਾ ਕੋਈ ਭਾਵਨਾ ਨਹੀਂ। ਅਸੀਂ ਮੋਰਚਾ ਜਿੱਤਣਾ, ਹਰ ਹਾਲਤ ਦੇ ਵਿੱਚ ਜਿੱਤਣਾ। ਸਾਨੂੰ ਪੂਰੇ ਪੰਜਾਬ ਦੀ ਹੀ ਨਹੀਂ, ਹਰਿਆਣੇ ਦੀਆਂ ਸੰਗਤਾਂ, ਯੂਪੀ ਦੀਆਂ, ਪੂਰੇ ਭਾਰਤ ਦੀਆਂ ਸੰਗਤਾਂ ਦਾ, ਪੂਰੇ ਵਰਲਡ ਦੀਆਂ ਸੰਗਤਾਂ ਦਾ ਆ ਸਾਡੇ ਲਿਖਤੀ ਰੂਪ ਦੇ ਵਿੱਚ ਜਿਹੜੇ ਸਾਡੇ ਹੱਕ ਦੇ ਵਿੱਚ ਉਹਨਾਂ ਨੇ ਮਤੇ ਪਾ ਕੇ ਲਿਖਤੀ ਰੂਪ ਦੇ ਵਿੱਚ ਭੇਜਿਆ। ਸਾਨੂੰ ਪੰਥਕ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ, ਸੰਤ ਸਮਾਜ ਵੱਲੋਂ, ਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ, ਸਾਰਿਆਂ ਵੱਲੋਂ, ਕਿਸੇ ਵੱਲੋਂ ਕੋਈ ਵੀ ਐਸੀ ਗੱਲ ਨਹੀਂ ਕੀਤੀ ਵੀ ਜਿਹਦੇ ਨਾਲ ਇਹ ਕਹਿਣ ਤੁਸੀਂ ਇੱਥੋਂ ਚਲੇ ਜਾਓ। ਕਿਉਂ ਉਹਨਾਂ ਨੂੰ ਪਤਾ ਵੀ ਜਿਹੜਾ ਇੱਕ ਨੰਬਰ 'ਤੇ ਕਿਸਾਨ ਮੋਰਚਾ, ਜਿਹੜਾ ਦੂਸਰੇ ਨੰਬਰ 'ਤੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਇੱਥੇ ਢਾਲ ਬਣ ਕੇ ਵੱਡਾ ਜਿਨ੍ਹਾਂ ਦਾ ਯੋਗਦਾਨ ਹੈ, ਜੇ ਨਿਹੰਗ ਸਿੰਘ ਫੌਜਾਂ 28-29 ਤਰੀਕ ਨੂੰ ਨਾ ਮੂਹਰੇ ਖੜ੍ਹਦੀਆਂ RSS BJP ਦੇ, ਉਸ ਦਿਨ ਹੋ ਸਕਦਾ ਵੀ ਉਸ ਦਿਨ ਕੀ ਹੁੰਦਾ ਇਹ ਰੱਬ ਜਾਣਦਾ, ਵੀ ਉਹਨਾਂ ਸਰਕਾਰ ਦਾ ਕੀ ਪਲਾਨ ਸੀ ਦੂਸਰੀ ਸਟੇਜ ਦੇ ਉੱਤੇ। ਤੇ ਉਹਨਾਂ ਨੇ ਕਿਤੇ ਨਾ ਕਿਤੇ ਭੱਜੀਆਂ ਭੈਣ ਦੀ ਬੇਪੱਤੀ ਕਰਨੀ ਸੀ, ਕਿੰਨੇ ਕੁ ਕਿਸਾਨਾਂ ਮਜ਼ਦੂਰਾਂ ਨੂੰ ਮਾਰਨਾ ਸੀ, ਇਹ ਸਰਕਾਰ ਦਾ ਪਲਾਨ ਸੀ। ਪਰ ਉੱਥੇ ਖਾਲਸਾ ਪੰਥ ਨੇ ਤੇ ਨਿਹੰਗ ਸਿੰਘ ਫੌਜਾਂ ਨੇ ਜਾ ਕੇ ਠੱਲ ਪਾਈ। ਤੇ ਅਸੀਂ ਹੁਣ ਇੱਥੇ ਹੀ ਜਿਹੜੀਆਂ ਨਿਹੰਗ ਸਿੰਘ ਦਲ ਪੰਥ ਬੈਠੇ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ,
ਉਹਨਾਂ ਵੱਲੋਂ ਜਥੇਦਾਰ ਲੱਸਾ ਸਿੰਘ ਜੀ ਆਏ ਹੋਏ ਨੇ। ਸ਼੍ਰੋਮਣੀ ਪੰਥ ਅਕਾਲੀ ਅਰਮਾ ਖਰਮਾ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਬੈਠੇ ਨੇ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਬਾਬਾ ਜੁਝਾਰ ਸਿੰਘ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਮੌਜੂਦ ਨੇ ਅਤੇ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਨਰੈਣ ਸਿੰਘ ਜੀ ਉਹਨਾਂ ਵੱਲੋਂ ਸਿੰਘ ਬੈਠੇ ਨੇ। ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਆਪਣੇ ਗੁਰਸੇਵਕ ਸਿੰਘ ਜੀ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਧੀਰਾ ਸਿੰਘ ਜੀ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਮੜੀਆਂ ਵਾਲੇ, ਸਾਰੇ ਦਲ ਪੰਥ ਇੱਥੇ ਅਸੀਂ ਉਨਾ ਚਿਰ ਡਟੇ ਰਹਾਂਗੇ ਜਿੰਨਾ ਚਿਰ ਇਹ ਮੋਰਚਾ ਹੱਲ ਨਹੀਂ ਹੋ ਜਾਂਦਾ। ਫਤਿਹ ਕਰਕੇ ਮੋਰਚੇ ਨੂੰ ਜਿੱਤ ਕੇ ਫਿਰ ਅਸੀਂ ਫਿਰ ਘਰਾਂ ਨੂੰ ਜਾਵਾਂਗੇ। ਅਸੀਂ ਪੂਰੀ ਦ੍ਰਿੜਤਾ ਦੇ ਨਾਲ ਮੋਰਚੇ ਨਾਲ ਇੱਥੇ ਖੜੇ ਹਾਂ, ਕਿਸਾਨ ਵੀਰਾਂ ਦੀ ਢਾਲ ਬਣ ਕੇ। ਅਤੇ ਸੰਯੁਕਤ ਮੋਰਚੇ ਵਾਲਿਆਂ ਨੂੰ ਵੀਰਾਂ ਨੂੰ ਵੀ ਇਹ ਬੇਨਤੀ ਹੈ ਕਿ ਇਸ ਮੋਰਚੇ ਨੂੰ ਕਿੱਦਾਂ ਜਿੱਤਣਾ, ਇੱਕ ਠੋਸ ਰਣਨੀਤੀ ਘੜਨੀ ਪੈਣੀ ਹੈ ਕਿਉਂਕਿ ਲੋਕਾਂ ਦੇ ਵਿੱਚ ਬੇਵਿਸ਼ਵਾਸੀ ਭਰੋਸਗੀ ਜਿਹੜੀ ਉਹ ਖਤਮ ਹੋ ਰਹੀ ਆ। ਇੰਨਾ ਸਮਾਂ ਲੰਮਾ ਚੱਲਣਾ ਮੋਰਚੇ ਦਾ, ਇੰਨੀਆਂ ਘਟਨਾਵਾਂ ਹੋਣੀਆਂ ਜਾਂ ਇਦੋਂ ਵੀ ਜੇ ਮੋਰਚਾ ਹੋਰ ਲੰਬਾ ਜਾਂਦਾ ਹੈ ਹੋਰ ਵੀ ਇਦੋਂ ਕੋਈ ਵੱਡੀਆਂ ਸਾਜ਼ਿਸ਼ਾਂ ਇਸ ਮੋਰਚੇ ਨੂੰ ਖਤਮ ਕਰਾਉਣ ਵਾਸਤੇ ਗੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਅਸੀਂ ਸਾਰੇ ਇਕਮੁੱਠ ਹੋ ਕੇ ਇਹ ਮੋਰਚੇ ਨੂੰ ਜਿੱਤਣਾ, ਇਹੋ ਜਿਹਾ ਸਾਨੂੰ ਰਣਨੀਤੀ ਬਣਾਉਣੀ ਚਾਹੀਦੀ ਆ। ਅਸੀਂ ਉਹਨਾਂ 'ਚ ਡਟੇ ਹੋਏ ਹਾਂ ਜੀ। ਜਿੰਨਾ ਚਿਰ ਇਹ ਮੋਰਚਾ ਚੱਲੂਗਾ ਨਿਹੰਗ ਸਿੰਘ ਫੌਜਾਂ ਇੱਥੇ ਡਟੀਆਂ ਰਹਿਣਗੀਆਂ। ਹਾਂਜੀ, ਹੋਰ ਕੁਝ ਪੁੱਛੋ। बाबा कुलविंदर जी, कल एक अहम बैठक हुई थी। अब जो नियम जैसे राजा राज सिंह बाबा जी ने बताया, अब किस तरह की रणनीति है वो बना रहे हैं क्योंकि दो बड़ी घटनाएं हैं वो यहाँ पर हुई है। लक्ष्मी सिंह हत्याकांड हुआ और एक नवीन नियम है जिसमें एक सप्लाई करने वाले शख्स के पैर तोड़े। अब अपने जो फौजी हैं, जो सैनिक हैं, उनको किस तरह से अब आप जो आगू हैं, जो रिश्तेदार हैं, वो किस तरह से कन्वे कर रहे हैं कि इस तरह की घटनाएं ना हो और जो मोर्चा है उसकी जो छवि पर कोई दाग ना लगे, उस पर किस तरह की रणनीति है वो नियम जथेदार बना रहे हैं। ਦੇਖੋ ਜਿਹੜੀ ਰਣਨੀਤੀ ਸਾਡੇ ਨਿਹੰਗਾ ਸਿੰਘਾਂ ਦੀ, ਹੁਣ ਇੱਥੇ 7 ਜਥੇਬੰਦੀਆਂ ਨਿਹੰਗਾ ਸਿੰਘਾਂ ਦੀ ਬੈਠੀ ਹੈ। 7 ਜਥੇਬੰਦੀਆਂ ਦੇ ਜਿੰਨੇ ਮੁਖੀ ਆ ਉਹਨਾਂ ਦੀ ਆਪੋ ਆਪਣੀ ਜ਼ਿੰਮੇਵਾਰੀ ਵੀ ਆਪਣੇ ਨਿਹੰਗਾ ਸਿੰਘਾਂ ਨੂੰ ਕੰਟਰੋਲ 'ਚ ਰੱਖਣਾ। ਇੱਥੇ ਸਾਡੇ ਹੋਰ ਬਾਬਾ ਜੀ ਹੈ, ਬਾਬਾ ਮਾਨ ਸਿੰਘ ਜੀ ਆ, ਉਹਨਾਂ ਦਾ ਜਿਹੜਾ ਜਥੇਦਾਰ ਅਮਨਦੀਪ ਸਿੰਘ ਹੈ, ਥੋੜ੍ਹੇ ਜਿਹੇ ਉਹਨਾਂ ਦੇ ਵਿੱਚ 1-2 ਸ਼ਰਾਰਤੀ ਅਨਸਰ ਸੀਗੇ, ਉਹਨਾਂ 'ਤੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ। ਜਿਵੇਂ ਤੁਸੀਂ ਹਰਿਆਣੇ ਵਾਲੇ ਦੀ ਗੱਲ ਕਰਦੇ ਮੁੰਡੇ ਦੀ, ਹੈ ਨਾ, ਚਲੋ ਗਲਤੀ ਤਾਂ ਹੋਈ ਹੈ ਨਾ, ਜਾਂ ਸਰਗੜ ਪਿੱਛੇ ਲੜਾਈ ਹੋਈ ਆ ਜਾਂ ਹੋਰ ਕਿਸੇ ਮੁਰਗੇ ਪਿੱਛੇ ਹੋਈ ਲੜਾਈ ਤਾਂ ਹੋਈ ਨਾ। ਗਲਤੀ ਦੋਵੇਂ ਧਿਰਾਂ ਦੀ ਹੁੰਦੀ। ਜੇ ਸਰਗੜ ਵਾਲੇ ਦੀ ਗਲਤੀ ਸੀ ਤੇ ਉਹ ਨਵਨੀਤ ਸਿੰਘ ਦੀ ਵੀ ਥੋੜ੍ਹੀ ਜਿਹੀ ਗਲਤੀ ਸੀ। ਜੇ ਆਪਾਂ ਉਹਨੂੰ ਸਮਝਾਉਣਾ ਹੈ ਹੋਰ ਬੜੇ ਤਰੀਕੇ ਸਮਝਾਉਣ ਦੇ, ਇਸ ਕਰਕੇ ਸਾਰੀਆਂ ਜਥੇਬੰਦੀਆਂ ਦਾ ਆਪੋ ਆਪਣਾ ਫਰਜ਼ ਬਣਦਾ ਹੈ। ਜਿਹੜੀ ਬੇਅਦਬੀ ਹੈ ਗੁਰੂ ਗ੍ਰੰਥ ਸਾਹਿਬ ਦੀ, ਦੇਖੋ ਬੇਅਦਬੀ ਤਾਂ ਹੋਈ ਨਾ, ਤਾਰ ਕਿਤੇ ਜੁੜਦੀ ਹੋਵੇ, ਭਾਵੇਂ ਕਿਸੇ ਨੇ ਲਿਆ ਕੇ ਬੇਅਦਬੀ ਕਰਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਤੇ ਜਿਹੜਾ ਜੋ ਹਾਦਸਾ ਹੋਇਆ, ਜੋ ਸੋਧਿਆ ਗਿਆ, ਉਹ ਸਾਰਿਆਂ ਨੂੰ ਪਤਾ ਹੈ। ਹੁਣ ਸੰਯੁਕਤ ਮੋਰਚੇ ਵਾਲੇ ਕਈ ਲੀਡਰ ਮੂੰਹ ਚੱਕ ਕੇ ਕਹਿਣਾ ਬੜਾ ਸੌਖਾ ਹੈ, ਬੱਤੀਆ ਜੋ 5-4 ਹੈਗੇ ਆ, ਸਾਹੀ ਨਾ ਤੇ ਮੰਨਦੇ ਕਿ ਨਾ ਸਾਨੂੰ ਕਿਸੇ ਦੀ ਲੋੜ ਏ ਵੀ ਇੰਜ ਕਰਤਾ ਖਾਲਸਾ ਪੰਥ ਨੇ। ਦੇਖੋ ਉਹ ਜੋ ਗੁਰੂ ਦੀ ਬੇਅਦਬੀ ਹੋਈ ਆ ਤੇ ਉਹ ਸਾਰਾ ਕੁਝ ਬਿਲਕੁਲ ਸਹੀ ਹੋਇਆ। ਬਾਬਾ ਜੀ, ਜਿਹੜੀ ਕੱਲ ਤੁਸੀਂ ਨਾਲ ਕੀਤਾ ਕਿ ਅਸੀਂ ਹਰ ਇੱਕ ਪਿੰਡ ਪੰਜਾਬ ਦੇ ਹਰ ਇੱਕ ਗੁਰਦੁਆਰਾ ਸਾਹਿਬ ਜਾਵਾਂਗੇ, ਸੈਂਟਰ ਤੇ ਜਾਣਗੇ, ਤੁਸੀਂ ਦੇਖਣਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਰੇ ਲੱਗਦੇ ਜਾਂ ਨਹੀਂ ਲੱਗਦੇ। ਤੁਹਾਨੂੰ ਲੱਗਦਾ ਨਾ ਕਿ ਕੰਮ ਸ਼੍ਰੋਮਣੀ ਕਮੇਟੀ ਦਾ ਅਤੇ ਹੋਰ ਪੰਥਕ ਧਿਰਾਂ ਦਾ, ਜਿਵੇਂ ਜਿਨ੍ਹਾਂ ਦੀ ਕੌਮ ਨੂੰ ਜ਼ਿੰਮੇਵਾਰ ਚੁੱਕੀ ਹੋਈ ਹੈ, ਕੌਮ ਦੀ, ਉਹਨਾਂ ਦਾ ਫਰਜ਼ ਬਣਦਾ ਸੀ ਤੁਹਾਡੇ ਨਾਲ ਸਹਿਯੋਗ ਕਰਦੇ ਜਾਂ ਤੁਸੀਂ ਆਪਣੇ ਲੈਵਲ ਦੀ ਕਰੋ। ਦੇਖੋ ਗੱਲ ਸਭ ਤੋਂ ਵੱਡੀ ਤੇ ਜਿਹੜੀਆਂ ਪੰਥਕ ਧਿਰਾਂ ਨੇ ਇੱਥੇ ਸਿੰਘੂ ਬਾਰਡਰ ਦੇ ਜਿਹੜੀ ਜਥੇਬੰਦੀਆਂ ਸਾਰੀਆਂ ਦਾ ਗੁਰਮਤਾ ਹੋਇਆ ਹੈ ਵੀ ਇੱਥੋਂ ਜਥੇਬੰਦੀਆਂ 'ਚੋਂ 2 ਟੀਮਾਂ ਤਿਆਰ ਕੀਤੀਆਂ ਗਈਆਂ ਨੇ, ਤੇ ਉਹ ਕੱਲੇ ਪਿੰਡ 'ਤੇ ਜਾ ਕੇ ਦੇਖਣਗੇ ਵੀ ਗੁਰੂ ਘਰ 'ਚ ਵਧੀਆ ਪਹਿਰੇਦਾਰੀ ਹੋ ਰਹੀ ਹੈ, ਗੁਰੂ ਘਰ ਦਾ ਵਧੀਆ ਸੰਯੋਗ ਹੋ ਰਿਹਾ, ਮਹਾਰਾਜ ਨੂੰ ਕੋਈ ਬੇਅਦਬੀ ਦਾ ਖਤਰਾ ਤਾਂ ਨਹੀਂ, ਜਾਂ ਜਿਹੜੀ ਉੱਥੋਂ ਦੀ ਕਮੇਟੀ ਹੈ ਉਹਨਾਂ 'ਚੋਂ ਕੋਈ ਕਮੀ ਤਾਂ ਨਹੀਂ, ਉਹ ਜਾ ਕੇ ਅਸੀਂ ਕੱਲੇ ਗੁਰੂ ਘਰ 'ਤੇ ਚੈੱਕ ਕਰਾਂਗੇ। ਬਾਕੀ ਰਹਿ ਗਈ ਸ਼੍ਰੋਮਣੀ ਕਮੇਟੀ ਦੀ ਗੱਲ ਜਾਂ ਸਾਡੀਆਂ ਹੋਰ ਪੰਥਕ ਧਿਰਾਂ। ਦੇਖੋ ਸ਼੍ਰੋਮਣੀ ਕਮੇਟੀ ਦੇ ਉੱਥੇ ਬੰਦੇ ਨੇ ਸਰਗੜ ਪੀ ਕੇ ਬੇਅਦਬੀ ਕੀਤੀ ਕੇਸਗੜ੍ਹ ਸਾਹਿਬ, ਉਹਨਾਂ ਨੇ ਉਹਦੇ ਹੱਲ ਕੀਤਾ ਨਹੀਂ, ਅੱਧਾ ਘੰਟਾ ਉਹਨੂੰ ਬਹਾ ਕੇ ਰੱਖਿਆ। ਉਹ ਆਪ ਕਹਿ ਰਹੇ ਜੀ ਸਾਡੇ ਤੋਂ ਕੋਈ ਪਰਚਾ ਹੋ ਜਾਏਗਾ। ਦੇਖੋ ਇੱਕ ਏਡੀਆਂ ਵੱਡੀਆਂ ਸੰਸਥਾ ਦੇ ਸਥਾਨਾਂ 'ਤੇ ਬੇਅਦਬੀ ਹੋਣੀ ਤੁਸੀਂ ਆਪ ਦੇਖ ਸਕਦੇ, ਬੜੀ ਸ਼ੱਕ ਦੀ ਨਿਗਾਹ ਨਾਲ ਦੇਖਣਾ ਚਾਹੀਦਾ, ਕਿਉਂਕਿ ਅੱਜ ਸਾਡਾ ਸਮਾਜ 15 ਦੀਆਂ ਬੇਅਦਬੀਆਂ ਹੁੰਦੀਆਂ ਆ ਰਹੀਆਂ, 7 ਸਾਲ ਹੋ ਗਏ ਆ, 300-400 ਬੇਅਦਬੀਆਂ ਹੋ ਚੁੱਕੀਆਂ। ਜੇ ਇੱਥੇ ਸਿੰਘਾਂ ਨੇ ਦੇਖ ਲਿਆ, ਜੇ ਸਿੰਘ ਨਾ ਕੁਛ ਕਰਦੇ ਫਿਰ ਬੜੇ ਸਵਾਲ ਖੜੇ ਹੋਣੇ ਸੀ, ਇਹ ਜੀ ਭੰਗਾ ਪੀਣ ਵਾਲੇ ਜੀ, ਸੌਣ ਵਾਲੇ ਨਿਹੰਗ ਸਿੰਘ ਜੀ, ਬੱਕਰੇ ਖਾਂਦੇ। ਜੇ ਨਿਹੰਗਾ ਸਿੰਘਾਂ ਨੇ ਫੜਿਆ ਤੇ ਜੇ ਉਹਨੂੰ ਸੋਧ ਦਿੱਤਾ, ਸਾਨੂੰ ਨਿਹੰਗਾ ਸਿੰਘਾਂ ਨੂੰ ਕੋਈ ਉੱਤੇ ਸ਼ੰਕਾ ਨਹੀਂ ਗੀ, ਬਿਲਕੁਲ ਸਹੀ ਕੀਤਾ ਹੈ।
ਤੇ ਬਾਕੀ ਜਿਹੜਾ ਬਾਬਾ ਜੀ ਨੇ ਦੱਸਿਆ ਵੀ ਗਾਂ ਬੇਦਬੀਆਂ ਰੋਕਣ ਲਈ ਅਸੀਂ ਸਾਰੀਆਂ ਇੱਥੋਂ ਪੰਥਕ ਜਥੇਬੰਦੀਆਂ ਜਿਹੜੀਆਂ ਸਿੰਘੂ ਬਾਰਡਰ ਤੇ ਆ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਬੜਾ ਵੱਧ ਚੜ ਕੇ ਫੈਸਲਾ ਲਵਾਂਗੇ ਵੀ ਕਿਸੇ ਵੀ ਗੁਰੂ ਘਰ 'ਚ ਬੇਦਬੀ ਗਾਂ ਨਾ ਹੋਵੇ। ਜੇ ਹੋਏਗੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਆ ਗੁਰੂ ਘਰ 'ਤੇ ਰਹਿ ਰਹੀ ਹੈ ਉਹਨਾਂ ਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਪ੍ਰਬੰਧਾਂ ਦਾ ਸੁਧਾਰ ਕਰਨਾ ਚਾਹੀਦਾ ਆਪਣਾ। ਤੇ ਇੱਕ ਦੂਸਰਾ ਨੰਬਰ, ਜਦੋਂ ਅਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਧੰਨਵਾਦ ਆ, ਸਾਰੀਆਂ ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਿੰਡਾਂ ਦੀਆਂ, ਉਹਨਾਂ ਨੂੰ ਅਪੀਲ ਹੈ ਸੁਣ ਲੈਣ, ਧਿਆਨ ਦੇ ਨਾਲ ਗ੍ਰੰਥੀ ਸਿੰਘ ਸੁਣ ਲੈਣ ਵੀ ਜਦੋਂ ਵੀ ਅਸੀਂ ਨੇ ਉੱਥੇ ਆਉਣਾ ਪਿੰਡ ਦੇ ਵਿੱਚ, ਉਹ ਚਾਹੇ ਅਸੀਂ ਰਾਤ ਨੂੰ ਆਈਏ ਚਾਹੇ ਦਿਨੇ ਉੱਥੇ ਆਈਏ ਚੈਕਿੰਗ ਕਰਨ ਵਾਸਤੇ, ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਹੈ ਤੇ ਗ੍ਰੰਥੀ ਸਿੰਘ ਆ, ਉਹਨਾਂ ਸਾਰਿਆਂ ਦੇ ਮੋਬਾਈਲ ਨੰਬਰ ਜਿਹੜਾ ਗੁਰਦੁਆਰਾ ਸਾਹਿਬ ਦਾ ਬਾਹਰਲਾ ਗੇਟ ਆ ਵੱਡਾ, ਉਹਦੇ ਕੰਧ ਦੇ ਨਾਲ ਲੱਗੇ ਹੋਣੇ ਚਾਹੀਦੇ ਨੇ ਸਾਨੂੰ, ਕਿਉਂਕਿ ਅਸੀਂ ਪਿੰਡ ਦੇ ਵਿੱਚ ਨਹੀਂ ਪੁੱਛਦੇ ਫਿਰਾਂਗੇ ਪ੍ਰਧਾਨ ਦਾ ਘੜ ਕਿਹੜਾ, ਪ੍ਰਧਾਨ ਦਾ ਸਾਨੂੰ ਨੰਬਰ। ਤੁਹਾਡਾ ਫਰਜ਼ ਬਣਦਾ ਹੈ, ਗੁਰੂ ਦਾ ਇਹ ਕੰਮ ਹੈ, ਬੇਅਦਬੀਆਂ ਰੋਕਣ ਵਾਸਤੇ ਠੱਲਣ ਵਾਸਤੇ ਸਾਨੂੰ ਹੋਰ ਕੋਈ